ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਹਰਿ ਬਿੰਦ ਸਮਤ ਪਰਕਾਸਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰ ਪਰ ਪਨ ਪਨ ਸੀਸਾ, ਪਨ ਪਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਦੋਹਰਾ ਕਰਤਾ ਪ੍ਰਤੀਖਣ ਪ੍ਰੋਤਨ ਕੇਰੀ। ਸਭੈ ਬਿਖਤੇ ਆਵਹਿ ਫੇਰੀ। ਰਹਿ ਕੈਦ ਕਿਸ ਬਿਦਾ ਛੁਟ ਜੈ ਹੈ। ਜੀਵਤ ਪਨ ਸਭ ਹੂੰ ਸੁਖ ਪੈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਿਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਕਿਸ ਤਰ੍ਹਾਂ ਤੀਸਰੇ ਦਿਨ ਜਦ ਵਜੀਦੇ ਦੀ ਸਭਾ ਵਿੱਚ ਸਾਹਿਬਜ਼ਾਦੇ ਪਹੁੰਚੇ ਤੇ ਉਹਨਾਂ ਨੇ ਜ਼ੋਰ ਲਾ ਲਿਆ। ਉਹਨਾਂ ਦੀ ਕੋਸ਼ਿਸ਼ ਸੀ 3 ਦਿਨ ਉਹਨਾਂ ਨੇ ਇਸੇ ਕਰਕੇ ਲੰਘਾ ਦਿੱਤੇ ਬਈ ਸ਼ਾਇਦ ਸਾਹਿਬਜ਼ਾਦੇ ਡਰ ਕਰਕੇ ਮੁਸਲਮਾਨਾਂ ਦਾ ਸਾਡਾ ਧਰਮ ਜਿਹੜਾ ਹੈ ਸ਼ਰ੍ਹਾ ਨੂੰ ਕਬੂਲ ਕਰ ਲੈਣਗੇ। ਇਸ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਵੱਡੀ ਚੋਟ ਪਹੁੰਚੇਗੀ। ਇਸ ਕਰਕੇ ਉਹਨਾਂ ਨੇ ਜ਼ੋਰ ਲਾਇਆ। ਪਰ ਤੀਸਰੇ ਦਿਨ ਵੀ ਜਦ ਸਾਹਿਬਜ਼ਾਦੇ ਨਾ ਮੰਨੇ ਤੇ ਉਹਨਾਂ ਨੇ ਉਹਨਾਂ ਨੂੰ ਕੰਧਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਕੰਧ ਵਿੱਚ ਚਿਣ ਕੇ ਵੀ ਉਹ ਸਰੀਰ ਨਹੀਂ ਸੀ ਤਿਆਗਿਆ ਤੇ ਕੰਧ ਡਿੱਗ ਪਈ ਤੇ ਡਿੱਗਦਿਆਂ ਹੀ ਫਿਰ ਉਹਨਾਂ ਨੇ 2 ਜਲਾਦ ਸ਼ਾਸਲ ਵੇਗ ਤੇ ਬਾਸ਼ਲ ਵੇਗ ਇਹਨਾਂ ਨੂੰ ਹੁਕਮ ਦਿੱਤਾ ਵੀ ਤੁਸੀਂ ਇਹਨਾਂ ਨੂੰ ਸ਼ਹੀਦ ਕਰ ਦਿਓ, ਕਤਲ ਕਰ ਦਿਓ। ਉਹਨਾਂ ਨੇ ਫਿਰ ਤਲਵਾਰ ਦੇ ਨਾਲ ਸਾਹਿਬਜ਼ਾਦਿਆਂ ਨੂੰ ਦੱਸਦੇ ਆ ਕਤਲ ਕਰ ਦਿੱਤਾ। ਉਸ ਤੋਂ ਬਾਅਦ ਟੋਡਰ ਮੱਲ ਜਿਸ ਨੂੰ ਪਤਾ ਲੱਗਿਆ ਸੀ ਕਿ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਵਜੀਦੇ ਨੇ ਫੜਿਆ ਹੋਇਆ, ਉਹਨੇ ਕੋਸ਼ਿਸ਼ ਕੀਤੀ, ਪੈਸੇ ਵਾਲਾ ਬੰਦਾ ਸੀ, ਬਈ ਮੈਂ ਪੈਸਾ ਪੂਸਾ ਦੇ ਕੇ ਇਹਦੇ ਕੋਲੋਂ 3 ਮੈਂਬਰਾਂ ਨੂੰ ਛੁਡਾ ਕਰਕੇ ਜਿੱਥੇ ਗੁਰੂ ਸਾਹਿਬ ਹੋਣਗੇ ਉੱਥੇ ਪਹੁੰਚਾ ਦਿਆਂ। ਪਰ ਜਦੋਂ ਪਹੁੰਚਿਆ ਤੇ ਉਸ ਨੇ ਕੀ ਸੁਣਿਆ ਕਿ ਸਾਹਿਬਜ਼ਾਦੇ ਤਾਂ ਸ਼ਹੀਦ ਕਰ ਦਿੱਤੇ ਤੇ ਮਾਤਾ ਜੀ ਠੰਡੇ ਬੁਰਜ ਵਿੱਚ ਬੈਠੇ ਉਡੀਕ ਰਹੇ ਹਨ। ਇੱਥੋਂ ਟੋਡਰ ਮੱਲ ਫਿਰ ਮਾਤਾ ਜੀ ਕੋਲ ਜਾਂਦਾ ਤੇ ਉਹਨਾਂ ਨੂੰ ਜਾ ਕੇ ਦੱਸਦਾ ਤੇ ਮਾਤਾ ਜੀ ਵੀ ਇਹ ਖਬਰ ਸੁਣ ਕਰਕੇ ਉਸ ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਹੋਏ ਆਪਣਾ ਸਰੀਰ ਗੁਰੂ ਪਿਆਰਿਓ ਤਿਆਗ ਕਰਕੇ ਉਹ ਵੀ ਭੌਰ ਨੂੰ ਉਡਾਰੀ ਮਾਰ ਦਿੰਦੇ ਹਨ, ਆਪਣੇ ਸਰੀਰ 'ਚੋਂ ਨਿਕਲ ਜਾਂਦੇ ਹਨ। ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਰਤਾ
ਤੀਖਣ ਪ੍ਰੋਤਨ ਕੇਰੀ ਸਭਾ ਬਿਖੈ ਤੇ ਆਵੈ ਫੇਰੀ। ਤਾਂ ਗੁਰੂ ਪਿਆਰਿਓ, ਜਿੱਥੇ ਮਾਤਾ ਜੀ ਬੈਠੇ ਸਾਹਿਬਜ਼ਾਦਿਆਂ ਦੀ ਉਡੀਕ ਕਰ ਰਹੇ ਸਨ, ਉਸ ਵੇਲੇ ਭਾਈ ਸਾਹਿਬ ਜੀ ਲਿਖਦੇ ਹਨ, ਸਾਵਹਿਣ ਕੇ ਲੋਚਨ ਰਜ ਪਾਰੀ ਕੋਕੀ ਬਹਿਰ ਸਿਵਾ ਮਦ ਭਾਰੀ। ਇੱਧਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਤੇ ਕਹਿੰਦੇ ਜਿਹੜਾ ਕੁਦਰਤ ਹੈ ਇਹ ਵੀ ਇੱਕ ਵਾਰੀ ਹੱਲ ਗਈ, ਭੁਚਾਲ ਆਇਆ, ਧਰਤੀ ਹੱਲੀ ਔਰ ਐਸਾ ਵਾਤਾਵਰਨ ਬਣ ਗਿਆ, ਹਨੇਰੀ ਉੱਡੀ ਹੈ ਤੇ ਸਾਰਿਆਂ ਦੀਆਂ ਅੱਖਾਂ ਵਿੱਚ ਰੇਤਾ ਕੰਕਰ ਆਦਿ ਪੈਣ ਲੱਗੇ ਔਰ ਸਾਰਿਆਂ ਦੀਆਂ ਅੱਖਾਂ ਭਰੀਆਂ ਗਈਆਂ ਜੀ। ਬਿਨ ਘਨ ਗਰਜ ਗਗਨ ਤੇ ਸੁਣੀ ਸਭ ਪਛਤਾਵਤ ਮੋਂਡੀ ਧੁਨੀ। ਔਰ ਬਦਲਾਂ ਤੋਂ ਬਗੈਰ ਆਕਾਸ਼ ਵਿੱਚ ਗਰਜਨਾ ਹੋਣ ਲੱਗੀ ਤੇ ਸਾਰਿਆਂ ਨੇ ਉਹ ਗਰਜ ਸੁਣ ਕੇ ਸਿਰ ਮਾਰਿਆ। ਭਾਵ ਮੁਗਲਾਂ ਦਾ ਮਾੜਾ ਸਮਾਂ ਮਾਨੋ ਸ਼ੁਰੂ ਹੋ ਗਿਆ। ਜਦੋਂ ਕਿਸੇ ਰਾਜੇ ਦੇ ਰਾਜ ਵਿੱਚ ਗਊ ਗਰੀਬ ਦੀ, ਬੱਚਿਆਂ ਦੀ, ਬੁੱਢਿਆਂ ਦੀ ਬੇਅਦਬੀ ਹੋਣ ਲੱਗ ਜਾਵੇ, ਉਹਨਾਂ ਨੂੰ ਤਸੀਹੇ ਦੁੱਖ ਦਿੱਤੇ ਜਾਣ ਤੇ ਫਿਰ ਉਹ ਰਾਜ ਦੀਆਂ ਜੜ੍ਹਾਂ ਬਹੁਤਾ ਸਮਾਂ ਨਹੀਂ ਰਿਹਾ ਕਰਦੀਆਂ। ਇਸ ਕਰਕੇ ਜਿਹੜੇ ਸੂਝਵਾਨ ਲੋਕ ਹਨ ਇੱਥੇ ਖੜੇ ਇਹ ਵੇਖ ਰਹੇ ਸੀ, ਉਹਨਾਂ ਨੇ ਐਸੇ ਲੱਛਣ ਵੇਖ ਕੇ ਕੁਦਰਤ ਦੇ ਇਹ ਸੋਚਿਆ ਕਿ ਇਹਨਾਂ ਦੀਆਂ ਜੜ੍ਹਾਂ ਹੁਣ ਨਹੀਂ ਰਹਿਣਗੀਆਂ। ਸੋ ਸਿਆਣੇ ਬਦ ਕਰੈ ਵਿਚਾਰਨਾ ਭਇਓ ਕਹਿਰ ਬੜ ਕਰਤ ਉਚਾਰਨਾ। ਔਰ ਜਿਹੜੇ ਸਿਆਣੇ ਬੰਦੇ ਖੜੇ ਹਨ, ਕਿਉਂਕਿ ਉੱਥੇ ਜਨਤਾ ਵੀ ਇਕੱਠੀ ਹੋ ਗਈ, ਉਸ ਵੇਲੇ ਵਜੀਦੇ ਨੇ ਸਭਾ ਵੀ ਲਾਈ ਹੋਈ ਹੈ ਔਰ ਜਨਤਾ ਵੀ ਦੇਖ ਰਹੀ ਹੈ, ਤੇ ਸਿਆਣੇ ਬੰਦੇ ਜਾਂ ਵਜੀਦੇ ਦੀ ਸਭਾ ਦੇ ਮੈਂਬਰ ਜਿਹੜੇ ਹਨ, ਕੁਝ ਆਪਣੇ ਅੰਦਰ ਸੋਚਦੇ ਹਨ ਕਿ ਇਹ ਤਾਂ ਬਹੁਤ ਵੱਡਾ ਕਹਿਰ ਹੋ ਗਿਆ ਹੈ, ਇਹਨਾਂ ਬੱਚਿਆਂ ਦੀ ਕੋਈ ਗਲਤੀ ਨਹੀਂ ਸੀ, ਇਹਨਾਂ ਨੂੰ ਸ਼ਹੀਦ ਨਹੀਂ ਸੀ ਕਰਨਾ ਚਾਹੀਦਾ। ਉਠੈ ਪਦਰਬਾ ਰਾਜ ਬਿਤੰਸੈ ਹੋਏ ਬਿਨਾਸੀ ਤਰਕ ਨਿਸੰਸੈ। ਨਿਸੰਸੇ ਕੋਈ ਸ਼ੰਕਾ ਨਹੀਂ ਹੈ ਇਹਦੇ ਵਿੱਚ, ਹੁਣ ਕੋਈ ਭਰਮ ਨਹੀਂ ਕਿ ਤੁਰਕਾਂ ਦਾ ਰਾਜ ਵਿਨਾਸ਼ ਹੋਵੇਗਾ, ਲੜਾਈਆਂ ਹੋਣਗੀਆਂ, ਝਗੜੇ ਹੋਣਗੇ, ਉਪੱਦਰ ਹੋਣਗੇ ਤੇ ਰਾਜ ਨਾਸ਼ ਹੋ ਜਾਵੇਗਾ। ਸਕਲ ਕਰਮ ਕ ਲਛਨ ਹੇਰੇ ਟੋਡਰ ਮਲ ਹੋਏ ਦੁਖੀ ਕਨੇਰੇ। ਤੇ ਟੋਡਰ ਮਲ ਜਿਹੜਾ ਕਿ ਇਹ ਸਲਾਹ ਕਰਕੇ ਘਰੋਂ ਆਇਆ ਸੀ, ਇਹ ਸੋਚ ਕੇ ਕਿ ਮੈਂ ਸਾਹਿਬਜ਼ਾਦਿਆਂ ਨੂੰ ਛਡਾ ਕੇ ਇਸ ਵਜੀਦੇ ਨੂੰ ਕੋਈ ਰਿਸ਼ਵਤ ਆਦਿ ਮਾਇਆ ਦੇ ਕਰਕੇ ਲੈ ਜਾਵਾਂਗਾ, ਕਿਵੇਂ ਨਾ ਕਿਵੇਂ ਇਹਨਾਂ ਨੂੰ ਇਹਨਾਂ ਦੇ ਪਿਤਾ ਤੱਕ ਪਹੁੰਚਾ ਦਿਆਂਗਾ। ਪਰ ਇਹਨੂੰ ਆ ਕੇ ਪਤਾ ਲੱਗਿਆ ਕਿ ਸੁੱਚੇ ਨੰਦ ਵਰਗੇ ਖੱਤਰੀ ਹਿੰਦੂ ਨੇ ਵਜੀਦੇ ਨੂੰ ਭੜਕਾ ਕਰਕੇ, ਸ਼ਾਇਦ ਉਹ ਸੋਚਦਾ ਸੀ, ਉਹਦੀ ਘਰਵਾਲੀ ਨੇ ਵੀ ਕਿਹਾ ਸੀ ਕਿ ਤੂੰ ਬੱਚਿਆਂ ਨੂੰ ਮਾਰੀ ਨਾ ਛੱਡ ਦੇਈਂ, ਇਹਨਾਂ ਦੀ ਕੋਈ ਗਲਤੀ ਨਹੀਂ ਹੈ। ਉਹ ਉੱਥੋਂ ਸਲਾਹ ਕਰਕੇ ਆਇਆ ਸੀ, ਪਰ ਸਭਾ ਵਿੱਚ ਆਉਂਦਿਆਂ ਹੀ ਉਹਨਾਂ ਦੁਸ਼ਟਾਂ ਨੇ ਫਿਰ ਭੜਕਾ ਦਿੱਤਾ ਤੇ ਫਿਰ ਇਸ ਨੇ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ, ਮਾਰਨ ਦਾ ਹੁਕਮ ਦੇ ਦਿੱਤਾ। ਗੁਰੂ ਪਿਆਰਿਓ, ਇਹ ਸਾਰੀ ਗੱਲ ਨੂਰਾ ਮਾਹੀ ਸੁਣ ਕੇ ਆਇਆ ਸਰਹੰਦ ਤੋਂ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੁਣਾ ਰਿਹਾ ਹੈ। ਜਦੋਂ ਟੋਡਰ ਮਲ ਨੂੰ ਇਹ ਪਤਾ ਲੱਗਿਆ ਕਿ ਸਾਹਿਬਜ਼ਾਦੇ ਤਾਂ ਇਹਨਾਂ ਨੇ ਮਾਰ ਦਿੱਤੇ ਹਨ, ਸ਼ਹੀਦ ਕਰ ਦਿੱਤੇ ਹਨ, ਬੜਾ ਦੁਖੀ ਹੋਇਆ ਜੀ। ਤਰਤ ਮਾਤ ਜਹ ਬੈਸੀ ਚਿੰਤਾ ਵਾਸਾ ਥਿਰ ਮੂਰਤ ਜੈਸੀ। ਔਰ ਮਾਤਾ ਜੀ ਬੈਠੇ ਉਡੀਕ ਰਹੇ ਹਨ ਗੁਰੂ ਪਿਆਰੋ ਠੰਡੇ ਬੁਰਜ ਦੇ ਵਿੱਚ। ਕੱਲ ਵੀ ਮੁੜੇ ਆਏ ਸੀ, ਪਰਸੋਂ ਵੀ ਭੇਜਤੇ ਸੀ, ਅੱਜ ਵੀ ਭੇਜ ਦੇਣਗੇ। ਤੋ ਮਾਤਾ ਜੀ ਉਡੀਕ ਰਹੇ ਹਨ। ਕਾਤਾ ਪਰੇ ਤਖਣਾ ਪਰੋਤਨ ਕੇਰੇ ਸਭਾ ਬਿਖੈ ਐ ਤੇ ਆਵੈ ਹੈ ਫੇਰੀ। ਔਰ ਉਡੀਕ ਕਰ ਰਹੇ ਆ ਬੈਠੇ ਮਾਤਾ ਜੀ ਆਪਣੇ ਪੋਤਰਿਆਂ ਦੀ ਸਭਾ ਦੇ ਵਿੱਚੋਂ ਫੇਰ ਮੁੜ ਕੇ ਆਉਣਗੇ ਜੇ। ਕਹਿਤਾ ਕਿਸ ਬਿਦ ਛਟ ਹੈ ਜੈ ਹੈ ਜੀਵਤ ਬਨ ਸਭ ਹੂੰ ਸੁਖ ਪੈ ਹੈ। ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੁਸ਼ਟਾਂ ਦੀ ਕੈਦ ਵਿੱਚੋਂ ਅਸੀਂ ਛੁੱਟ ਜਾਈਏ ਤੇ ਸਾਹਿਬਜ਼ਾਦਿਆਂ ਦਾ ਜੀਵਨ ਬਚ ਜਾਵੇ ਜੇ। ਮੇਰੇ ਮਨ ਕੇ ਸ਼ੋਰ ਅਕੇਲੀ ਗਏ ਤਰਕ ਜੈ ਸਵਾ ਸਕੇਲੀ। ਉਹ ਮਨ ਦੇ ਅਤ ਪਿਆਰਿਆਂ ਨੂੰ ਭੇਜ ਕੇ ਇਕੱਲੀ ਬੈਠੀ ਆ। ਅਤ ਪਿਆਰੇ ਭਾਵ ਸਾਹਿਬਜ਼ਾਦੇ, ਮਾਤਾ ਦੀਆਂ ਅੱਖਾਂ ਦੇ ਤਾਰੇ ਆਪਾਂ ਕਹਿੰਦੇ ਹਾਂ। ਇਹ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹਨ, ਸਭ ਦੀਆਂ ਅੱਖਾਂ ਦੇ ਤਾਰੇ। ਤੋ ਮਾਤਾ ਜੀ ਉਹਨਾਂ ਸਾਹਿਬਜ਼ਾਦਿਆਂ ਨੂੰ ਉਡੀਕ ਰਹੀ ਹੈ ਜਿਹੜੇ ਕਿ ਕੱਲੀ ਨੂੰ ਛੱਡ ਕੇ ਤੁਰਕਾਂ ਦੀ ਸਭਾ ਵਿੱਚ ਚਲੇ ਗਏ ਜੇ।
ਬੀਤਿਓ ਚਿਰਕਾਲ ਐਮ ਮਾਤਾ ਚਿੰਤ ਵਿਸਾਲ। ਔਰ ਮਾਤਾ ਜੀ ਵੇਖ ਰਹੇ ਆ ਕਿ ਅੱਜ ਟਾਈਮ ਬਹੁਤ ਲੱਗ ਗਿਆ, ਕੱਲ ਤਾਂ ਜਲਦੀ ਭੇਜ ਦਿੱਤੇ ਸੀ ਉਹਨਾਂ ਨੇ, ਅੱਜ ਪਤਾ ਨਹੀਂ ਕੀ ਬਣੇਗਾ। ਇਤਨੇ ਮੈਂ ਟੋਡਰ ਮਲ ਗਿਆ ਹੱਥ ਜੋਰ ਪੱਗ ਬੰਦਤ ਭਇਓ। ਇਤਨੇ ਟੋਡਰ ਮਲ ਉਸ ਬੁਰਜ ਵੱਲ ਗਿਆ ਜਿੱਥੇ ਮਾਤਾ ਜੀ ਬੈਠੇ ਹਨ। ਇਹਨੇ ਜਾ ਕੇ ਨਮਸਕਾਰ ਕੀਤੀ ਹੈ ਹੱਥ ਬੰਨ ਕੇ। ਬਹਿ ਬਲ ਅਸਵਨ ਬਦਨ ਪਕਾਰਾ ਰੁਕਿਓ ਕੰਠ ਨਹਿ ਜਾਏ ਉਚਾਰਾ। ਔਰ ਗਲਾ ਭਰ ਆਇਆ, ਅੱਖਾਂ ਤੋਂ ਪਾਣੀ ਬਹਿ ਤੁਰਿਆ ਟੋਡਰ ਮਲ ਦੇ, ਬੋਲਿਆ ਨਹੀਂ ਜਾਂਦਾ। ਦੇਖ ਦਸਾ ਦਸ ਕੀ ਦੁਖ ਵਾਰੀ ਉਠਿਓ ਹਾਲ ਹੋਰ ਮਤ ਵਿਚਾਰੀ। ਔਰ ਮਾਤਾ ਜੀ ਇਸ ਦਾ ਰੋਣਾ ਦੇਖ ਕੇ ਆਪਣੇ ਮਨ ਵਿੱਚ ਸੋਚਦੇ ਹਨ ਕਿ ਜ਼ਰੂਰ ਕੋਈ ਘਟਨਾ ਘਟ ਗਈ ਅੱਜ ਸਾਹਿਬਜ਼ਾਦਿਆਂ ਨਾਲ, ਪਰ ਫਿਰ ਵੀ ਪੁੱਛਦੇ ਹਨ ਕਹੋ ਭਾਈ ਤੂੰ ਆਇਓ ਕੌਣ ਕਿਉਂ ਅਤ ਦੁਖੀ ਹੇਤ ਕੋ ਤਾਣ। ਕੀ ਗੱਲ ਹੈ ਭਾਈ, ਤੂੰ ਕੌਣ ਹੈ, ਤੂੰ ਇੰਨਾ ਦੁਖੀ ਕਿਉਂ ਹੁੰਦਾ ਹੈ, ਤੇਰਾ ਕੀ ਵਿਗੜ ਗਿਆ? ਕਿਆ ਬੋਝਤ ਬੈਠੀ ਅਬ ਮਾਤਾ ਮਰਤ ਪਿਖੇ ਮੈਂ ਦਵਹਿ ਗੁਰਤਾਤਾ। ਕਹਿਣ ਲੱਗਿਆ ਮਾਤਾ ਜੀ ਕੀ ਪੁੱਛਦੇ ਹੋ, ਮੈਂ ਇਹਨਾਂ ਨੇਤਰਾਂ ਦੇ ਨਾਲ ਆਪ ਜੀ ਦੇ ਪੋਤਰਿਆਂ ਨੂੰ ਸ਼ਹੀਦ ਹੁੰਦੇ ਵੇਖ ਆਇਆ ਹਾਂ। ਜੀਵਤ ਰਹਿਆ ਫਟੀ ਨਹਿ ਛਾਤੀ ਮੋਤੇ ਕੋਮਲ ਪਾਹਣ ਜਾਤੀ। ਕਹਿੰਦਾ ਮੈਂ ਉਸ ਵੇਲੇ ਮਰ ਕਿਉਂ ਨਾ ਗਿਆ, ਉਹ ਸੀਨ ਦੇਖ ਕੇ ਜਦੋਂ ਉਹਨਾਂ ਦੁਸ਼ਟਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਔਰ ਮੇਰੇ ਨਾਲ ਤਾਂ ਪੱਥਰ ਵੀ ਜਿਹੜਾ ਕੋਮਲ ਹੋਵੇਗਾ, ਮੇਰਾ ਹਿਰਦਾ ਇੰਨਾ ਸਖਤ ਰਿਹਾ ਕਿ ਮੇਰੀ ਮੌਤ ਕਿਉਂ ਨਾ ਹੋਈ। ਮੈਂ ਨਿਰਭਾਗ ਬਤਾਵਣ ਆਇਓ ਨਹਿ ਗੁਰ ਪੁੱਤਰ ਨਾ ਸੰਗ ਸਦਾਇਓ। ਮੈਂ ਕਿਉਂ ਨਾ ਉਹਨਾਂ ਗੁਰੂ ਪੁੱਤਰਾਂ ਦੇ ਨਾਲ ਮਰ ਕੇ ਤੁਰ ਗਿਆ, ਮਾੜੇ ਭਾਗਾਂ ਵਾਲਾ ਤੁਹਾਨੂੰ ਦੱਸਣ ਆਇਆ ਹਾਂ। ਘਰ ਕੋ ਦਰਬ ਸਰਬ ਮੈਂ ਦੇਤਾ ਜਿਉ ਕਿਉ ਕਰ ਬਚਾਏ ਸੁਲੇਤਾ। ਮੈਂ ਤਾਂ ਮਾਤਾ ਜੀ ਸਲਾਹ ਕਰਕੇ ਆਇਆ ਸੀ ਕਿ ਮੈਂ ਸਾਰੀ ਸੰਪਤੀ ਇਹਨਾਂ ਦੁਸ਼ਟਾਂ ਨੂੰ ਦੇ ਦਿਆਂਗਾ ਤੇ ਜਿਵੇਂ ਕਿਵੇਂ ਤੁਹਾਨੂੰ ਤੇ ਸਾਹਿਬਜ਼ਾਦਿਆਂ ਨੂੰ ਬਚਾ ਕੇ ਇੱਥੋਂ ਲੈ ਜਾਵਾਂਗਾ। ਕਿਆ ਮੈਂ ਕਰਹੁ ਬਤਾਵਨ ਕੋਈ ਨੈ ਸਿੱਖੀ ਮਮ ਸਾਬਤ ਹੋਈ। ਔਰ ਮੈਂ ਹੁਣ ਕਿਸੇ ਨੂੰ ਕੀ ਦੱਸਾਂਗਾ ਕਿ ਮੇਰੀ ਸਿੱਖੀ ਸਾਬਤ ਨਹੀਂ ਰਹੀ। ਭਾਵੇਂ ਇਹ ਖੱਤਰੀ ਹੈ, ਸੇਠ ਹੈ, ਟੋਡਰ ਮਲ ਸ਼ਰਾਫ ਹੈ, ਪਰ ਗੁਰੂ ਨਾਨਕ ਦੇ ਸਿੱਖ ਤਾਂ ਸਾਰੀ ਹੈ ਨਾ। ਸਿੰਘ ਤਾਂ ਅਸੀਂ ਉਦੋਂ ਬਣਦੇ ਹਾਂ ਜਦੋਂ ਅੰਮ੍ਰਿਤ ਸਿਧਾਂਤ ਪ੍ਰਾਪਤ ਕਰਕੇ ਸੱਜ ਜਾਂਦੇ ਹਾਂ, ਤਾਂ ਉਦੋਂ ਮਾਨੋ ਗੁਰੂ ਕੀ ਫੌਜ ਵਿੱਚ ਭਰਤੀ ਹੋ ਜਾਂਦੇ ਆ। ਤੇ ਸਿੱਖ ਤਾਂ ਸਾਰੀ ਸ੍ਰਿਸ਼ਟੀ ਹੈ ਬਾਬੇ ਨਾਨਕ ਦੀ। ਜਨਮ ਦਿਹਾੜਾ ਮਨਾਇਆ ਤੇ ਆਲ ਵਰਲਡ ਦੇ ਲੋਕਾਂ ਨੇ ਮਨਾਇਆ। ਇਸੇ ਤਰ੍ਹਾਂ ਹੀ ਇਹ ਵੀ ਇੱਕ ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਸਮਝਦਾ ਹੈ। ਕਹਿੰਦਾ ਮੈਂ ਸਿੱਖੀ ਵਿੱਚ ਸਾਬਤ ਨਹੀਂ ਰਹਿ ਸਕਿਆ, ਆਪਣੇ ਆਪ ਨੂੰ ਉਲਾਂਭੇ ਦਿੰਦਾ ਹੈ ਕਿ ਮੈਂ ਗੁਰੂ ਪੁੱਤਰਾਂ ਦੀ ਸੇਵਾ ਨਹੀਂ ਕਰ ਸਕਿਆ, ਉਹਨਾਂ ਨੂੰ ਬਚਾ ਨਹੀਂ ਸਕਿਆ। ਸੁਣਿਓ ਬਾਗ ਖਰ ਬਾਣ ਸਮਾਨ ਲਗਿਓ ਕਾਨ ਬਿੰਦ ਰਿਦਾ ਨਿਸ਼ਾਨ। ਤੇ ਜਿਸ ਵੇਲੇ ਗੁਰੂ ਪਿਆਰਿਓ ਟੋਡਰ ਮਲ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਇਸ ਦੇ ਇਹ ਬਚਨ ਤੀਰਾਂ ਦੀ ਨਿਆਈ ਮਾਤਾ ਜੀ ਦੇ ਹਿਰਦੇ ਨੂੰ ਵਿੰਨ ਗਏ। ਉਪਰ ਤਰਕੇ ਜਟ ਗਏ ਰਦਨੰ ਭਇਓ ਦਰਦ ਤੇ ਜਰਦ ਸੋ ਬੰਦਨ। ਔਰ ਮਾਤਾ ਜੀ ਦੇ ਨੇਤਰ ਜੁੜ ਗਏ ਹਨ ਗੁਰੂ ਪਿਆਰਿਓ ਪਰਮੇਸ਼ਰ ਦੇ ਵੱਲ। ਕੁਸ਼ਕਾ ਹੋਏ ਮੁਖ ਲਾਗ ਸੋ ਲਾਟੀ ਜਾਨ ਕਦਲੀ ਤਰੀ ਕੜੀ ਜੜ ਕਾਟੀ। ਕਦਲੀ ਤਰ ਹੁੰਦਾ ਹੈ ਗੁਰੂ ਪਿਆਰਿਓ ਕੇਲਿਆਂ ਦਾ ਪੌਦਾ, ਔਰ ਬੇਰੀ ਹੁੰਦੀ ਹੈ। ਬੇਰੀ ਤੇ ਕੇਲੇ ਦੋਨੇ ਇਕੱਠੇ ਹੋਣ ਤੇ ਬੇਰੀ ਝੂਲਦੀ ਹੈ ਤੇ ਕੇਲੇ ਦੇ ਪੱਤੇ ਛਣ ਜਾਂਦੇ ਆ। ਇਸੇ ਤਰ੍ਹਾਂ ਹੀ ਟੋਡਰ ਮਲ ਦੇ ਇਹ ਬਚਨ ਮਾਤਾ ਜੀ ਦੇ ਹਿਰਦੇ ਨੂੰ ਇਉਂ ਬੰਨ ਗਏ ਜਿਵੇਂ ਬੇਰੀ ਦੇ ਕੰਡੇ ਕੇਲਿਆਂ ਦੇ ਪੌਦੇ ਨੂੰ ਛਿਲ ਜਾਣ। ਤਾਵਾ ਟੋਡਰ ਮਲ ਦੁਖ ਅਯੰਤਾ ਕਰ ਬੈਠੀ ਗੁਰਮਾਤ ਤਰੰਤਾ। ਤਾਂ ਟੋਡਰ ਮਲ ਵੀ ਦੁਖੀ ਸੀ ਤੇ ਮਾਤਾ ਜੀ ਵੀ ਸੁਣ ਕਰਕੇ ਉਸ ਭਾਣੇ ਨੂੰ ਮੰਨਦੇ ਹੋਏ। ਮਾਇਓ ਵਸਤਰ ਕੇ ਕਰੇ ਚੁਲਾਵਨ ਤਵ ਕੀਨੀ ਤਨ ਕੇ ਸੁਧ ਪਾਵਨ। ਔਰ ਟੋਡਰ ਮਲ ਮਾਤਾ ਜੀ ਨੂੰ ਕਹਿੰਦੇ ਹਵਾ ਚੱਲਣ ਲੱਗਿਆ ਤੇ ਮਾਤਾ ਜੀ ਨੇ ਉਸ ਵੇਲੇ ਚੇਤਨਤਾ ਜਤਪਨ ਚਿਤ ਆਏ ਕਹਾਂ ਪਰੋਤ ਨਹਿ ਦ੍ਰਿਸ਼ਟੀ ਆਏ। ਔਰ ਮਾਤਾ ਜੀ ਕਹਿਣ ਲੱਗੇ ਪੋਤਰਿਓ ਅੱਜ ਤੁਸੀਂ ਮੈਨੂੰ ਦੱਸ ਕੇ ਨਹੀਂ ਗਏ, 2 ਦਿਨ ਸਾਹਿਬਜ਼ਾਦੇ ਚਲੇ ਗਏ ਤੇ ਮਾਤਾ ਜੀ ਕਹਿਣ ਲੱਗੀ ਸੀ ਪੋਤਰਿਓ ਜਲਦੀ ਆਉਣਾ।
ਜਾਂ ਤੀਜੇ ਦਿਨ ਤੁਰਨ ਲੱਗੇ ਤੇ ਅੱਜ ਮਾਤਾ ਜੀ ਨੇ ਜਾਂਦਿਆਂ ਹੋਇਆਂ ਨੇ ਇਹ ਨਹੀਂ ਕਿਹਾ ਕਿ ਜਲਦੀ ਆਇਓ। ਤੇ ਕਹਿੰਦੇ ਜੋਰਾਵਰ ਸਿੰਘ ਪੁੱਛਣ ਲੱਗਿਆ ਮਾਤਾ ਅੱਜ ਤੂੰ ਸਾਨੂੰ ਇਹ ਨਹੀਂ ਕਿਹਾ ਜਲਦੀ ਆਇਓ। ਕਹਿਣ ਲੱਗੀ ਪੁੱਤਰੋ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਅੱਜ ਇੱਧਰ ਨੂੰ ਆਓ, ਲੱਗਦਾ ਤੁਸੀਂ ਆਪਣੇ ਦਾਦੇ ਕੋਲ ਅੱਜ ਜਾਓਗੇ। ਕੋਈ ਗੱਲ ਨਹੀਂ, ਜੇ ਤੁਸੀਂ ਚਲੇ ਗਏ ਤੇ ਮੈਂ ਵੀ ਮਗਰ ਹੀ ਆਵਾਂਗੀ। ਤੋ ਐਸਾ ਹੀ ਹੋਇਆ ਗੁਰੂ ਪਿਆਰਿਓ। ਆਪਣੇ ਜੋਰਾਵਰ ਪੋਤਰੇ ਨੂੰ ਯਾਦ ਕਰਦੇ ਹੋਏ ਮਾਤਾ ਜੀ ਕਹਿੰਦੇ ਪੁੱਤਰ ਜੋਰਾਵਰ ਸਿੰਘ ਲਿਓ ਨਾਲੇ ਮੋਇਤੇ ਪੂਰਵ ਤਮ ਕਿਤ ਚਾਲੇ। ਪੁੱਤਰ ਜੋਰਾਵਰ ਸਿੰਘ ਫਤਿਹ ਸਿੰਘ ਤੁਸੀਂ ਪਹਿਲਾਂ ਹੀ ਕਿਵੇਂ ਚਲੇ ਗਏ, ਮੈਨੂੰ ਨਾਲ ਲੈ ਕੇ ਚੱਲੋ। ਕਹਾਂ ਇਕਾਕੀ ਮਹਿਰ ਕਰਹੁ ਇਸ ਪ੍ਰਕਾਰ ਮੈਂ ਤੂਰਨ ਮਰਹੁ। ਮੈਂ ਇੱਥੇ ਕੱਲੀ ਕੀ ਕਰਨਾ ਰਹਿ ਜੇ ਕੇ। ਤੂੰ ਹੈ ਗੁਰਸਿੱਖ ਅਸ਼ੀਰਾ ਕਰ ਉਪਚਾਰ ਮਰਨ ਕੋ ਮੇਰਾ। ਤਾਂ ਗੁਰੂ ਪਿਆਰਿਓ ਮਾਤਾ ਜੀ ਉਸ ਵੇਲੇ ਇਸ ਤਰ੍ਹਾਂ ਵਿਚਾਰਾਂ ਕਰਦੇ ਹੋਏ ਆਪਣੇ ਸਰੀਰ ਧਿਆਨ ਨੂੰ ਜੋੜਦੇ ਹਨ। ਔਰ ਗੁਰੂ ਪੁੱਤਰ ਅਗੁਰੂ ਮਾਤਾ ਹਨ, ਗੁਰੂ ਦੇ ਸੁਪਤਨੀ ਹਨ, ਸਭ ਬ੍ਰਹਮ ਗਿਆਨੀ ਹਨ, ਸਭ ਜਾਣਦੇ ਹਨ। ਇਸ ਕਰਕੇ ਮਾਤਾ ਜੀ ਨੇ ਉਸ ਵੇਲੇ ਪਰਮੇਸ਼ਰ ਦੇ ਚਰਨਾਂ ਵਿੱਚ ਆਪਣੀ ਸੁਰਤੀ ਜੋੜੀ ਹੈ, ਧਿਆਨ ਜੋੜਿਆ ਹੈ ਤੇ 10ਵੇਂ ਦੁਆਰ ਰਾਹੀਂ ਆਪਣਾ ਸਰੀਰ ਜਿਹੜਾ ਹੈ ਉਹ ਛੱਡ ਦਿੱਤਾ ਹੈ। ਤਬ ਕੇਤਕ ਕਾਲ ਮਹਿ ਪ੍ਰਾਣ ਨਿਕਾਰੇ ਮਿਲ ਪ੍ਰੋਤਨ ਗੁਰਪੁਰੀ ਪਧਾਰੇ। ਇਹੋ ਮਾਤਾ ਜੀ ਨੇ ਆਪਣਾ ਸਰੀਰ ਆਪਣੀ ਗੁਰੂ ਪਿਆਰਿਓ ਜਿਹੜੀ 10ਵਾਂ ਦੁਆਰ ਹੁੰਦਾ ਜਿੱਥੋਂ ਬ੍ਰਹਮ ਗਿਆਨੀ ਆਪਣੀ ਮਰਜ਼ੀ ਦੇ ਨਾਲ ਇਸ ਰੁੰਦਰ ਨਾੜੀ ਨੂੰ ਪੰਨ ਕੇ ਸਰੀਰ ਛੱਡ ਜਾਂਦੇ ਆ। ਜਦੋਂ ਆਪਣੀ ਮਰਜ਼ੀ ਨਾਲ ਸਰੀਰ ਛੱਡਣਾ ਹੋਵੇ ਉਹਨਾਂ ਨੇ, ਤਾਂ ਅੱਜ ਮਾਤਾ ਜੀ ਨੇ ਆਪਣੀ ਮਰਜ਼ੀ ਦੇ ਨਾਲ 10ਵੇਂ ਦੁਆਰ ਰਾਹੀਂ ਆਪਣੇ ਸਰੀਰ ਨੂੰ ਤਿਆਗ ਦਿੱਤਾ ਤੇ ਪੋਤਰਿਆਂ ਦੇ ਨਾਲ ਹੀ ਮਾਨੋ ਗੁਰੂਪੁਰੀ ਤੇਗ ਬਹਾਦਰ ਜੀ ਕੋਲ ਚਲੇ ਗਏ ਜੀ। ਨੋ ਤਨ ਟੋਡਰ ਸੰਸਕਾਰੇ ਚੁਨੇ ਪੁਸ਼ਪਾ ਬਾਤ ਮਹਿਕਾਰੇ। ਹੁਣ ਇੰਨੀ ਹੀ ਗੱਲ ਵਿੱਚ ਨਹੀਂ ਗੱਲ ਮੁੱਕਦੀ। ਇਹ ਟੋਡਰ ਮੱਲ ਫਿਰ ਗੁਰੂ ਪਿਆਰਿਓ ਬੜਾ ਦੁਖੀ ਹੋਇਆ। ਮਾਤਾ ਜੀ ਵੀ ਸਰੀਰ ਛੱਡ ਗਏ, ਸਾਹਿਬਜ਼ਾਦੇ ਉੱਥੇ ਸਭਾ ਦੇ ਵਿੱਚ ਸ਼ਹੀਦ ਹੋਏ ਪਏ ਨੇ। ਹੁਣ ਵਜੀਦਾ ਕਹਿਣ ਲੱਗਿਆ ਜੇ ਕੋਈ ਸਿੱਖ ਹੈ ਤਾਂ ਇਹਨਾਂ ਸਰੀਰਾਂ ਨੂੰ ਲਿਜਾ ਕੇ ਸੇਵਾ ਸੰਭਾਲ ਕਰ ਦੇਵੇ ਇਹਨਾਂ ਦੀ। ਤੇ ਉਸ ਵੇਲੇ ਕਹਿੰਦੇ ਟੋਡਰ ਮੱਲ ਨੇ ਕਿਹਾ ਕਿ ਸਰੀਰ ਮੈਨੂੰ ਦਿੱਤੇ ਜਾਣ, ਮੈਂ ਇਹਨਾਂ ਦਾ ਜਿਹੜਾ ਸੰਸਕਾਰ ਕਰ ਦੇਵਾਂਗਾ। ਤੇ ਵਜੀਦਾ ਲਾਲਚੀ ਦੁਸ਼ਟ ਕਹਿਣ ਲੱਗਿਆ ਤੂੰ ਸੰਸਕਾਰ ਕਿੱਥੇ ਕਰੇਂਗਾ? ਕਹਿਣ ਲੱਗਿਆ ਮੈਂ ਇਹਨਾਂ ਦਾ ਸੰਸਕਾਰ ਸ਼ਮਸ਼ਾਨ ਘਾਟ ਹੀ ਹੁੰਦਾ, ਹੋਰ ਕਿੱਥੇ ਕਰਨਾ। ਕਹਿੰਦਾ ਨਹੀਂ ਸਾਡੀ ਸਰਕਾਰ ਹੈ, ਸਾਡਾ ਰਾਜ ਹੈ, ਇਹ ਸਾਡੇ ਦੁਸ਼ਮਣ ਹਨ, ਅਸੀਂ ਦੁਸ਼ਮਣਾਂ ਦਾ ਆਪਣੇ ਰਾਜ ਵਿੱਚ ਸੰਸਕਾਰ ਨਹੀਂ ਕਰ ਦੇਣਾ। ਕਹਿੰਦਾ ਫਿਰ ਮੈਂ ਆਪਣੇ ਘਰ ਵਿੱਚ ਕਰ ਦੇਵਾਂਗਾ, ਆਪਣੇ ਬੰਗਲੇ ਵਿੱਚ ਕਰ ਦੇਵਾਂਗਾ। ਕਹਿਣ ਲੱਗਿਆ ਨਹੀਂ, ਇਹ ਸੰਸਾਰ ਜਿਹੜਾ ਹੈ, ਦੇਸ਼ ਜਿਹੜਾ ਹੈ, ਇਹਦੀ ਸੰਪਤੀ ਸਾਰੀ ਸਾਡੀ ਹੈ, ਅਸੀਂ ਇੱਥੋਂ ਦੇ ਰਾਜੇ ਹਾਂ। ਕਹਿਣ ਲੱਗਿਆ ਫਿਰ ਕਿੱਥੇ ਕਰਾਂ? ਕਹਿੰਦੇ ਜਿੰਨਾ ਥਾਂ ਚਾਹੀਦਾ ਤੈਨੂੰ ਮੁੱਲ ਖਰੀਦਣਾ ਪੈਣਾ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਮੁੱਲ ਖਰੀਦਣਾ ਪੈਣਾ ਤੇ ਮੁੱਲ ਲੈ ਲਓ, ਦੱਸੋ। ਕਹਿਣ ਲੱਗੇ ਜਿੰਨਾ ਥਾਂ ਚਾਹੀਦਾ। ਉਹ ਕਹਿਣ ਲੱਗਿਆ 6x6 ਦਾ ਥਾਂ ਬਹੁਤ ਹੈ, ਬੈੱਡ ਜਿੰਨਾ, ਜਿੱਥੇ ਤਿੰਨੇ ਸ੍ਰੀ ਰਾਮ ਨਾਲ ਰੱਖੇ ਜਾ ਸਕਦੇ ਆ। ਉਹ ਕਹਿਣ ਲੱਗਿਆ ਜਿੰਨਾ ਵੀ ਥਾਂ ਚਾਹੀਦਾ ਓਨੇ ਥਾਂ ਵਿੱਚ ਮੋਹਰਾ ਚਿਣ ਦੇ, ਔਰ ਮੋਹਰਾ ਵਿਛਾ ਕਰਕੇ ਸਾਨੂੰ ਜਿਹੜਾ ਹੈ ਸਾਨੂੰ ਦੇ ਦੇ ਮੋਹਰਾ, ਤੇ ਉਹ ਥਾਂ 'ਤੇ ਤੂੰ ਸੰਸਕਾਰ ਕਰ ਲਈ। ਤਾਂ ਫਿਰ ਵੀ ਟੋਡਰ ਮੱਲ ਨੇ ਆਪਣੀ ਸਾਰੀ ਸੰਪਤੀ ਲਾ ਕੇ ਮੋਹਰਾ ਇਕੱਠੀਆਂ ਕੀਤੀਆਂ। ਔਰ ਗੁਰੂ ਪਿਆਰਿਓ ਗੁਰਦੁਆਰਾ ਸਾਹਿਬ ਜੋਤੀ ਸਰੂਪ ਵਾਲਾ ਸਥਾਨ, ਜਿਸ ਦੀ ਉਹ ਜਗ੍ਹਾ ਅੱਜ ਵੀ ਸਾਰੇ ਸੰਸਾਰ ਭਰ ਦੀ ਦੁਨੀਆ ਦੀ ਧਰਤੀ ਤੋਂ ਮਹਿੰਗੀ ਆ। ਕੋਈ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਟੋਡਰ ਮੱਲ ਨੇ ਉਹ ਮੋਹਰਾਂ ਜਿਹੜੀਆਂ ਉੱਥੇ 6x6 ਦਾ ਥਾਂ ਮਿਣ ਕੇ ਉਹਦੇ ਵਿੱਚ ਵਿਛਾਉਣੀਆਂ ਸ਼ੁਰੂ ਕੀਤੀਆਂ, ਸਿੱਧੀਆਂ ਧਰਨੀਆਂ ਸ਼ੁਰੂ ਕੀਤੀਆਂ। ਜਦ ਧਰਨੀਆਂ ਸ਼ੁਰੂ ਕੀਤੀਆਂ ਗੁਰੂ ਪਿਆਰੂ ਚਿੱਤ ਪਰਨੇ ਤੇ ਦੁਸ਼ਟਾਂ ਦੇ ਮਨ ਵਿੱਚ ਫਿਰ ਲਾਲਚ ਆ ਗਿਆ ਬਈ ਇਸ ਤਰ੍ਹਾਂ ਵਿਛਾ ਕੇ ਤਾਂ ਬਹੁਤ ਥੋੜ੍ਹੀਆਂ ਟਿਕਣਗੀਆਂ। ਕਹਿੰਦੇ ਵਿਛਾ ਕੇ ਨਹੀਂ, ਖੜੀਆਂ ਕਰਕੇ ਲਾ। ਹੁਣ ਇੱਕ ਮੋਹਰ ਦੇ ਵਿੱਚ 5 7 10 ਮੋਹਰਾਂ ਵੀ ਖੜੀਆਂ ਹੋ ਸਕਦੀਆਂ ਜਿੰਨੇ ਇੱਕ ਮੋਹਰ ਵਾਲੇ ਥਾਂ 'ਚ। ਤਾਂ ਗੁਰੂ ਪਿਆਰਿਓ ਉਹ ਕਹਿਣ ਲੱਗਿਆ ਠੀਕ ਹੈ ਇੱਦਾਂ ਹੀ ਸਹੀ। ਤੇ ਫਿਰ ਖੜੀਆਂ ਕਰਕੇ ਉਹ ਮੋਹਰਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ। ਤੇ ਉਸ ਥਾਂ ਦੇ ਉੱਤੇ ਟੋਡਰ ਮੱਲ ਨੇ ਗੁਰੂ ਪਿਆਰਿਓ ਇਹ ਤਿੰਨੇ ਸਰੀਰ ਲਿਜਾ ਕਰਕੇ ਕੁਝ ਇਹਨਾਂ ਦੇ ਸੰਗੀਆਂ ਸਾਥੀਆਂ ਨੇ ਸਾਥ ਦਿੱਤਾ। ਤੇ ਉਹਨਾਂ ਦਾ ਇਹਨਾਂ ਨੇ ਬੜੇ ਪਿਆਰ ਸਤਿਕਾਰ ਦੇ ਸਹਿਤ
ਸੰਸਕਾਰ ਕੀਤਾ ਹੈ ਜੀ। ਸਭ ਸਿੱਖਨ ਮਿਲ ਤਹਾਂ ਦਿਵਾਏ ਇਵ ਮਾਹੀ ਸਭ ਗਾਤ ਸੁਨਾਏ। ਤੇ ਮਹਾਰਾਜ ਜੋ ਉਹਨਾਂ ਦਾ ਸਰੀਰ ਦਾ ਸਾਰੀ ਸਵਾਹ ਸੀ, ਜੋ ਜਿਹਨੂੰ ਅਸੀਂ ਫੁੱਲ ਕਹਿ ਦਿੰਦੇ ਆ, ਬਚੀਆਂ ਹੋਈਆਂ ਹੱਡੀਆਂ, ਉਹ ਸਾਰੀਆਂ ਘੜਿਆਂ ਵਿੱਚ ਪਾ ਕਰਕੇ ਉਸੇ ਜਗ੍ਹਾ ਤੇ ਹੀ ਨੱਪ ਦਿੱਤੀਆਂ ਹਨ। ਇਉਂ ਨੂਰੇ ਮਾਹੀ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਸੰਗ ਸਾਰਾ ਦੱਸਣਾ ਕੀਤਾ ਹੈ ਜੀ। ਗੁਰੂ ਜੀ ਸਗਲ ਪ੍ਰਸੰਗ ਇੱਕ ਸਿੱਖ ਨੇ ਭਾਖਿਓ ਮੁਝ ਸੰਗ। ਤੇ ਨੂਰਾ ਮਾਹੀ ਭੇਜਿਆ ਸੀ ਪਤਾ ਲੈਣ ਵਾਸਤੇ, ਕਹਿੰਦਾ ਜੀ ਇੱਕ ਸਿੱਖ ਮੈਨੂੰ ਟੱਕਰਿਆ ਤੇ ਉਸਨੇ ਸਾਰੀ ਕਹਾਣੀ ਮੈਨੂੰ ਸੁਣਾਈ ਸੀ, ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਤੇ ਕਿਵੇਂ ਉਹਨਾਂ ਨੂੰ ਟੋਡਰ ਮਲ ਨੇ ਸੰਭਾਲਣਾ ਕੀਤਾ ਹੈ। ਸੋ ਮੈਂ ਰਾਵਰ ਪਾਸ ਬਤਾਵਾ ਜਿਜ ਕੀ ਸੁਨਹੁ ਜਥਾ ਫਲ ਪਾਵਾ। ਤੋ ਮਹਾਰਾਜ ਜੋ ਮੈਂ ਸੁਣ ਕੇ ਆਇਆ ਸੀ ਉਹ ਆਪ ਜੀ ਨੂੰ ਮੈਂ ਸੁਣਾ ਦਿੱਤਾ ਹੈ। ਹੁਣ ਦੂਜੇ ਪਾਸੇ ਗੰਗੂ ਦੁਸ਼ਟ ਨੇ ਲਾਲਚ ਕੀਤਾ ਸੀ ਨਾ, ਬਈ ਇੱਕ ਤਾਂ ਇਹ ਮੈਂ ਮੋਹਰਾ ਰੱਖ ਲਵਾਂਗਾ ਤੇ ਦੂਸਰਾ ਸਰਕਾਰ ਕੋਲੋਂ ਇਨਾਮ ਵੀ ਮਿਲੇਗਾ। ਉਹਨੂੰ ਕੀ ਫਲ ਮਿਲਿਆ ਦੁਸ਼ਟ ਨੂੰ, ਗੰਗੂ ਬਾਹਮਣ ਨੂੰ। ਤਰਕਣ ਸੁਣੀ ਰਹਿਆ ਧਨ ਇਸਕੇ ਧਾਏ ਸਿਪਾਈ ਗਮਨੇ ਤਿਸਕੇ। ਹੁਣ ਜਦੋਂ ਮੁਰਿੰਡੇ ਦੇ ਥਾਣੇਦਾਰ ਦੇ ਲੋਕਾਂ ਨੂੰ ਪਤਾ ਲੱਗਿਆ ਬਈ ਮਾਤਾ ਜੀ ਦੇ ਕੋਲ ਧਨ ਸੀਗਾ ਤੇ ਉਹ ਸਾਰਾ ਮਾਤਾ ਦਾ ਸਮਾਨ ਇਸ ਦੁਸ਼ਟ ਗੰਗੂ ਦੇ ਘਰੇ ਪਿਆ ਹੈ, ਤੇ ਗੁਰੂ ਪਿਆਰਿਓ ਉਸੇ ਵੇਲੇ ਕੁਝ ਸਿਪਾਹੀ ਗੰਗੂ ਦੇ ਘਰ ਆਏ ਹਨ। ਕਟੰਬਾ ਬਾਂਧ ਕਰ ਆਨਾ ਦਈ ਸਜਾਏ ਮਾਰ ਕਰ ਨਾਨਾ। ਔਰ ਇਹਨਾਂ ਦੇ ਪਰਿਵਾਰ ਨੂੰ ਬੰਨ ਲਿਆ ਹੈ, ਇਹਨਾਂ ਨੂੰ ਸਜ਼ਾ ਦੇਣੀ ਕੀਤੀ ਹੈ। ਥਾਲਤ ਦੀ ਨਾਰਦ ਬਾਈ ਰਹਿਆ ਖੋਜ ਸੋ ਹਾਥ ਨਾ ਆਈ। ਔਰ ਇਸ ਨੂੰ ਕਿਹਾ ਸੀਗਾ ਵੀ ਤੂੰ ਪੈਸੇ ਦੱਸ ਕਿੱਥੇ ਹਨ, ਇਹ ਪੈਸੇ ਦੱਸਦਾ ਨਹੀਂ, ਪਰ ਜਦੋਂ ਉਹਨੇ ਦੱਸਿਆ ਤੇ ਜਿੱਥੇ ਉਹ ਦੱਸਦਾ ਉੱਥੋਂ ਲੱਭਦਾ ਨਹੀਂ, ਤੇ ਤੁਰਕਾਂ ਨੇ ਇਸ ਨੂੰ ਕਹਿੰਦੇ ਕੁੱਟ-ਕੁੱਟ ਕੇ ਹੀ ਮਾਰ ਦਿੱਤਾ। ਮਾਰੀਦਾ ਤਰਕਨ ਤੇ ਮਰਿਓ ਤਤਕਾਲ ਫਲ ਭੋਗਨ ਕਰਿਓ। ਇਉਂ ਇਹ ਲਾਲਚੀ ਦੁਸ਼ਟ ਗੰਗੂ ਬ੍ਰਾਹਮਣ ਵੀ ਤੁਰਕਾਂ ਦੇ ਦੁਆਰਾ ਮਾਰਿਆ ਗਿਆ। ਤਾਬਾ ਸਤਿਗੁਰੂ ਪਰੰਕੈ ਥਿਰੇ ਦੋਨੋਂ ਚਰਨ ਧਰਾ ਪਰ ਧਰੇ। ਔਰ ਮੇਰੇ ਪ੍ਰੀਤਮ ਜੀ ਪਲੰਘੇ ਤੇ ਬੈਠੇ ਹਨ, ਦੋਨੇ ਪੈਰ ਥੱਲੇ ਲਮਕਾ ਕੇ, ਔਰ ਬੈਠੇ ਬੈਠੇ ਉਸੇ ਤਰ੍ਹਾਂ ਨੂਰੇ ਮਾਹੀ ਤੋਂ ਇਹ ਸਾਰੀ ਕਹਾਣੀ ਸੁਣ ਰਹੇ ਸੀ। ਮੋਟ ਖਰਿਓ ਕਾਹੂ ਕੋ ਹੇਰੇ ਤਿਸ ਕੀ ਜਰ ਕੋ ਖਨਹ ਕਨੇਰੇ। ਔਰ ਬੈਠੇ ਬੈਠੇ ਹੀ ਤੀਰ ਦੇ ਨਾਲ ਉਹ ਸਾਹਮਣੇ ਘਾਹੀ ਦਾ ਪੌਦਾ ਸੀਗਾ, ਬੜਾ ਧਿਆਨ ਜੋੜ ਕੇ ਨਾਲੇ ਸਾਰੀ ਗੱਲ ਸੁਣ ਰਹੇ ਸੀ ਤੇ ਨਾਲੇ ਤੀਰ ਦੀ ਨੋਕ ਜਿਹੜੀ ਆ ਉਹ ਘਾਹੀ ਦੇ ਪੌਦੇ ਵਿੱਚ ਮਾਰ ਰਹੇ ਸੀ। ਕਰਦਾ ਹਾਥ ਮਹਿ ਧਾਰਨ ਕਰੇ ਸਗਲ ਪ੍ਰਸੰਗ ਸੁਣਿਓ ਚਿਤ ਧਰੇ। ਔਰ ਪਾਤਸ਼ਾਹ ਜੀ ਨੇ ਸਾਰਾ ਪ੍ਰਸੰਗ ਬੜਾ ਧਿਆਨ ਜੋੜ ਕੇ ਸੁਣਨਾ ਕੀਤਾ ਹੈ। ਬਾਹਰ ਬੂਝਨਾ ਕੀਨ ਗੁਸਾਈ ਜਹਾਂ ਸਵਾ ਤਰਕਨ ਸਮਦਾਈ। ਔਰ ਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਪੁੱਛਿਆ ਕਿ ਇਹਨਾਂ ਤੁਰਕਾਂ ਦੀ ਸਭਾ ਦੇ ਵਿੱਚ ਕੋਈ ਚੱਜ ਦਾ ਬੰਦਾ ਨਹੀਂ ਸੀ ਜਿਹੜਾ ਰੋਕਦਾ ਇਹਨਾਂ ਨੂੰ। ਬਿਨਾ ਮਲੇਰੀਅਨ ਆਪਰ ਪੈ ਕੋਈ ਭਿਖ ਜਿਸ ਦਇਆ ਹਿਰਦੈ ਜਿਸ ਹੋਏ। ਮਲੇਰੀਅਨ ਮਲੇਰਕੋਟਲੇ ਦੇ ਰਾਜਾ ਸ਼ੇਰ ਖਾਨ ਤੋਂ ਬਗੈਰ ਹੋਰ ਕੋਈ ਬੰਦਾ ਨਹੀਂ ਸੀਗਾ ਜਿਸ ਨੂੰ ਬੱਚੇ ਦੇਖ ਕੇ ਦਇਆ ਆਈ ਹੋਵੇ। ਮਾਹੀ ਕਰ ਜੋਰ ਉਚਾਰਾ ਮੈਂ ਆਛੇ ਕੀਨੋ ਨਿਰਤਾਰਾ। ਮਹਾਰਾਜ ਮੈਂ ਚੰਗੀ ਤਰ੍ਹਾਂ ਪੁੱਛਿਆ ਉਹ ਸਿੱਖ ਨੂੰ ਵੀ ਹੋਰ ਕਿਸੇ ਨੇ ਰੋਕਿਆ ਨਹੀਂ ਵਜੀਦੇ ਨੂੰ, ਪਰ ਸ਼ੇਰਾ ਖੋਰ ਇਨ ਦੋਸ਼ ਨ ਲੇਸ਼ ਐ ਮਲੇਰੀ ਕੈ ਬਿਨ ਦੇਵੇਸ਼। ਮਈਏ ਦੁੱਧ ਪੀਂਦੇ ਛੋਟੇ ਛੋਟੇ ਬੱਚੇ ਹਨ, ਇਹਨਾਂ ਦਾ ਕੀ ਦੋਸ਼ ਹੈ? ਮਲੇਰੀਏ ਤੋਂ ਬਗੈਰ ਹੋਰ ਕੋਈ ਨਹੀਂ ਬੋਲਿਆ। ਸੁਣਕਾਰਾ ਸ਼੍ਰੀ ਗੁਰ ਬਾਕ ਬਖਾਨਾ ਭਇਓ ਨਾਸ ਆਬਾ ਸਾਬਾ ਤੁਰਕਨਾ। ਤੁਰਕਾਨਾ ਤਾਂ ਭਾਈ ਸਾਹਿਬ ਜੀ ਨੂਰਾ ਮਾਹੀ ਕਹਿਣ ਲੱਗੇ ਜੀ ਮਲੇਰੀਏ ਤੋਂ ਬਗੈਰ ਕੋਈ ਨਹੀਂ ਬੋਲਿਆ, ਕੱਲਾ ਮਲੇਰਕੋਟਲੇ ਵਾਲਾ ਰਾਜਾ ਸ਼ੇਰ ਖਾਨ ਹੀ ਬੋਲਿਆ ਸੀ। ਅੱਛਾ ਤਾਂ ਚੰਗਾ, ਫਿਰ ਇਹਨਾਂ ਤੁਰਕਾਂ ਦਾ ਨਾਸ਼ ਹੋਇਆ, ਇਹਨਾਂ ਦੀ ਜੜ ਪੱਟੀ ਗਈ। ਮਲੇਰੀਅਨ ਕੀ ਜੜ ਰਹਿ ਅਪਰ ਤਰਕ ਸਭ ਹੀ ਜ਼ਬਰਦ ਹੈ। ਇੱਕ ਸ਼ੇਰ ਖਾਨ ਮਲੇਰਕੋਟਲੇ ਵਾਲੇ ਦੀ ਜੜ ਰਹੇਗੀ, ਉਹਦਾ ਰਾਜ ਰਹੇਗਾ, ਬਾਕੀ ਸਭ ਤੁਰਕਾਂ ਦਾ ਰਾਜ ਖਤਮ ਹੋ ਜਾਵੇਗਾ। ਏ ਮਾਂ ਕੈ ਮੋਖਾ ਤੇ ਕਰਤ ਚਲਾਈ ਕਹਾਂ ਬੋਟ ਜੜ ਕਾਟ ਗਵਾਈ। ਇਹਨਾਂ ਕਹਿੰਦਿਆਂ ਹੋਇਆ ਹੱਥ ਵਿੱਚ ਫੜਿਆ ਹੋਇਆ ਤੀਰ ਜਾਂ ਤਲਵਾਰ ਜੋ ਘਾਹੀ ਦੇ ਪੌਦੇ ਵਿੱਚ ਮਾਰ ਰਹੇ ਸੀ,
ਬੜੇ ਜੋਸ਼ ਨਾਲ ਚਲਾਇਆ ਤੇ ਪੱਟ ਕੇ ਬੂਟਾ ਮੂਧਾ ਮਾਰਿਆ ਤੇ ਨਾਲੇ ਕਹਿੰਦੇ ਜੈਮ ਇਸਕੀ ਜੜ ਕਾਟ ਉਖਾਰੀ ਤਾਥਾ ਤਰਕ ਕੇ ਬਿਨਸੈ ਸਾਰੀ। ਜਿਵੇਂ ਇਸ ਘਾਹੀ ਦੇ ਪੌਦੇ ਦੀ ਜੜ ਅਸੀਂ ਵੱਢ ਦਿੱਤੀ ਆ, ਇਸੇ ਤਰ੍ਹਾਂ ਹੀ ਮਾਨੋ ਤੁਰਕਾਂ ਦੀ ਜੜ ਵੀ ਪੱਟੀ ਗਈ। ਤਕ ਦਿਨ ਮੈਂ ਹੋਏ ਬਿਨਾਸਾ ਮੇ ਬਿਸਮਾਵੈ ਜਗ ਦੇਖ ਤਮਾਸਾ। ਦੇਖੋ ਵੈਸੇ ਤਾਂ ਸਤਿਗੁਰੂ ਇਹ ਬਚਨ ਇਹ ਪਹਿਲਾਂ ਵੀ ਕਰ ਦਿੰਦੇ, ਜਦੋਂ ਅਨੰਦਪੁਰ ਦੇ ਕਿਲੇ 'ਚ ਬੈਠੇ ਸੀ ਤੇ ਉਦੋਂ ਵੀ ਇੱਕ ਕੰਮ ਪਾਰ ਹੋ ਜਾਣਾ ਸੀ। ਵੈਸੇ ਉਹਨਾਂ ਨੇ ਉਦੋਂ ਕਿਹਾ ਨਹੀਂ। ਕੋ ਸਤਨਾਮ ਸਰਬ ਕਲਾ ਸਮਰੱਥ ਹੈ, ਜੋ ਸਰ ਜੇ ਬੋਲੇ ਸਹਿ ਸੁਭਾਏ ਸਾਧ ਕਾ ਬੋਲਿਆ ਬਿਰਥਾ ਨਾ ਜਾਏ, ਤਾਂ ਖੁਦ ਪਰਮੇਸ਼ਰ ਗੁਰੂ ਸਰੂਪ ਹਨ। ਕੋ ਸਤਨਾਮ। ਪਰ ਉਦੋਂ ਨਹੀਂ ਕਿਹਾ ਤੇ ਹੁਣ ਕਦੋਂ ਕਿਹਾ? ਜਦੋਂ ਜਨਤਾ ਵੀ ਅੱਗੋਂ ਇਹ ਨਹੀਂ ਕਹਿ ਸਕਦੀ ਵੀ ਗੁਰੂ ਸਾਹਿਬ ਨੇ ਐਦਾਂ ਦਾ ਬਚਨ ਕਿਉਂ ਕੀਤਾ। ਕਹੋ ਸਤਨਾਮ। ਕਿਉਂਕਿ ਗੁਰੂ ਹਮੇਸ਼ਾ ਜਿਹੜਾ ਸਬੂਤ ਨੂੰ ਵਿਖਾ ਕੇ ਹੀ ਆਪਣੇ ਕਾਰਜ ਕਰਦੇ ਆ, ਨਹੀਂ ਤਾਂ ਇਦੋਂ ਪਹਿਲਾਂ ਵੀ ਕਹਿ ਸਕਦੇ ਸੀ। ਤਾਂ ਗੁਰੂ ਪਿਆਰਿਓ, ਹੁਣ ਮੇਰੇ ਪ੍ਰੀਤਮ ਜੀ ਕਹਿੰਦੇ ਇਹਨਾਂ ਦੁਸ਼ਟਾਂ ਦੀ ਜੜ ਗਈ, ਇਹ ਕੇਵਲ ਤੇ ਕੇਵਲ ਮਲੇਰਕੋਟਲੇ ਵਾਲੇ ਦੀ ਜੜ ਬਚੇਗੀ। ਦੇਵ ਸਰਾਪ ਗੁਰ ਗੋਪੇ ਕਨੇਰੇ ਰਾਜ ਤੇਜ ਕੋ ਮੂਲ ਅਖੇਰੇ। ਇਹੋ ਸਤਿਗੁਰਾਂ ਨੇ ਜੋਸ਼ ਵਿੱਚ ਆ ਕੇ ਇਹ ਜ਼ੁਲਮ ਦੇ ਰਾਜ ਦੀਆਂ ਜੜ੍ਹਾਂ ਪੱਟਣ ਦਾ ਹੁਕਮ ਕਰ ਦਿੱਤਾ ਹੈ। ਔਰ ਸਰਹੰਦਾ ਮੈਂ ਪਾਪ ਕਨੇਰਾ ਉਜਰਾ ਜਾਹੇ ਲੈ ਕਸ਼ਟ ਬਡੇਰਾ। ਇਸ ਸਰਹੰਦ ਦੇ ਵਿੱਚ ਬੜਾ ਪਾਪ ਹੋਵੇਗਾ, ਇਹ ਸਰਹੰਦ ਉਜੜ ਜਾਵੇਗੀ, ਇੱਥੇ ਬੜਾ ਦੁੱਖ ਫੈਲੇਗਾ। ਹੁਣ ਸਿੱਖ ਹਮਾਰੇ ਮਾਰ ਗੁਜ਼ਾਰ ਹੈ ਸ਼ੀਨ ਰਾਜ ਤਨ ਬਹਿਰ ਨਿਕਾਰ ਹੈ। ਔਰ ਸਾਡੇ ਸਿੱਖ ਆਉਣਗੇ, ਇਹਨਾਂ ਦੇ ਕੋਲੋਂ ਸਰਹੰਦ ਖੋਹ ਲੈਣਗੇ, ਇਹਨਾਂ ਨੂੰ ਇੱਥੋਂ ਉਜਾੜ ਦੇਣਗੇ ਔਰ ਰਾਜ ਭਾਗ ਧਨ ਸਭ ਕੁਝ ਇਹਨਾਂ ਤੋਂ ਖੋਹ ਲੈਣਗੇ। ਉਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਰਹੰਦ ਵਾਲੇ ਥਾਂ ਤੇ ਫਤਿਹਗੜ੍ਹ ਸਾਹਿਬ ਵਸਿਆ। ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤੀ ਹੈ ਸਰਹੰਦ ਨੂੰ, ਉਸ ਦਾ ਨਾਮ ਬਦਲ ਕੇ ਫਤਿਹਗੜ੍ਹ ਸਾਹਿਬ ਰੱਖਿਆ ਗਿਆ। ਤੇ ਉਸ ਤੋਂ ਪਰੇ ਦੂਰ ਜਾ ਕੇ ਬਚੇ ਹੋਏ ਮੁਸਲਮਾਨਾਂ ਨੇ ਵਸਣਾ ਕੀਤਾ, ਉਹਨੂੰ ਸਰਹੰਦ ਬੱਸੀ ਕਹਿੰਦੇ ਆ। ਕੋ ਸਤਨਾਮ। ਉਧਰ ਜਾ ਕੇ ਦੂਰ ਵਸੇ ਤੇ ਜਿਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਨੇ ਪਹੁੰਚ ਕਰਕੇ ਜਿਨ੍ਹਾਂ ਦੁਸ਼ਟਾਂ ਨੇ ਜ਼ੁਲਮ ਕੀਤਾ ਉਹਨਾਂ ਦਾ ਖਾਤਮਾ ਕੀਤਾ। ਵਜੀਦਿਆਂ ਨੂੰ ਤਾਂ ਘੋੜਿਆਂ ਦੇ ਮਗਰ ਬੰਨ੍ਹ ਕੇ ਭਜਾ ਕੇ ਮਾਰਿਆ। ਗੁਰੂ ਪਿਆਰਿਓ, ਖੈਰ ਉਹ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਵਿੱਚ ਆਵੇਗਾ। ਅੱਗੇ ਕੀ ਹੋਇਆ ਦੋਹਰਾ। ਸਰਾਪ ਗੁਰ ਤੇ ਜਗੈ ਬਿਸਮਾਇਓ ਕਲਾ ਰਾਏ ਮੈਂ ਸੰਗੇ ਤੁਰਕਾਨ ਕੋ ਤਿਨਹੁ ਸੰਗ ਜੜ ਜਾਏ। ਤਾਂ ਉਸ ਵੇਲੇ ਰਾਏ ਕੱਲਾ ਵੀ ਇੱਕਦਮ ਘਬਰਾ ਗਿਆ, ਕੰਬਣ ਲੱਗਿਆ ਵੀ ਮਹਾਰਾਜ ਬਖਸ਼ੋ, ਮੈਂ ਵੀ ਤੁਰਕਾਂ ਦਾ ਬੰਦਾ ਹਾਂ। ਫਿਰ ਤਾਂ ਜੇ ਤੁਸੀਂ ਕਹਿ ਦਿੱਤਾ ਤੁਰਕਾਂ ਦੀ ਜੜ ਗਈ ਤੇ ਮੈਂ ਵੀ ਉਹਨਾਂ ਵਿੱਚੋਂ ਹਾਂ, ਮੇਰੀ ਵੀ ਜੜ ਉਹਨਾਂ ਨਾਲ ਪੱਟੀ ਜਾਵੇਗੀ। ਰਹਿਓ ਸਮੀਪ ਨਹੀਂ ਕਰ ਜੋਰੇ ਨਹਿ ਬਖਸ਼ੋ ਗੁਰੂ ਨਿਹੋਰੇ। ਹੱਥ ਜੋੜ ਕੇ ਬੇਨਤੀਆਂ ਕਰਦਾ ਮਹਾਰਾਜ, ਮੈਂ ਤਾਂ ਉਹਨਾਂ ਦੇ ਨਾਲ ਨਹੀਂ ਹਾਂ, ਮੈਂ ਤਾਂ ਤੁਹਾਡੇ ਨਾਲ ਹਾਂ। ਆਪੇ ਸਮੋ ਲਿਓ ਬਖਸ਼ਾਏ ਇਮ ਨਿਸ਼ਚਾ ਮਨ ਮਹਿ ਠਹਿਰਾਏ। ਉਸੇ ਵੇਲੇ ਫਿਰ ਮਨ ਵੀ ਸੋਚਦਾ ਵੀ ਮੈਂ ਹੁਣ ਗੁਰੂ ਸਾਹਿਬ ਨੂੰ ਕਹਾਂ ਵੀ ਮੈਨੂੰ ਤਾਂ ਮਾਫ ਕਰ ਦਿਓ ਮਹਾਰਾਜ, ਮੇਰੀ ਤਾਂ ਕੋਈ ਗਲਤੀ ਨਹੀਂ, ਮੈਨੂੰ ਤਾਂ ਜੇ ਤੁਸੀਂ ਯਾਦ ਕਰਦੇ ਤੇ ਮੈਂ ਆਪਣੀਆਂ ਫੌਜਾਂ ਉਹਨਾਂ ਦੀ ਐਂਟੀ ਭੇਜ ਦਿੰਦਾ, ਪਰ ਮਹਾਰਾਜ ਮੈਨੂੰ ਬਖਸ਼ ਦਿਓ। ਉਠਿਓ ਸਵਾ ਤੇ ਜੁਗ ਕਰ ਜੋਰੇ ਸ਼੍ਰੀ ਪ੍ਰਭ ਕਿਰਪਾ ਕਰੋ ਮਮ ਓਰੇ। ਔਰ ਉੱਠ ਕੇ ਸਤਿਗੁਰਾਂ ਦੇ ਸਾਹਮਣੇ ਆ ਗਿਆ, ਕਿਉਂਕਿ ਸਤਿਗੁਰਾਂ ਦਾ ਬਚਨ ਆਲਾ ਹੈ, ਨਹੀਂ ਜਾਂਦਾ ਜਿਵੇਂ ਤੀਰ ਨਿਸ਼ਾਨੇ ਤੇ ਲੱਗਦੇ ਆ ਉਸੇ ਤਰ੍ਹਾਂ। ਇਸੇ ਕਰਕੇ ਇਹਨੇ ਤੁਰੰਤ ਹੀ ਪਾਤਸ਼ਾਹ ਦੇ ਸਾਹਮਣੇ ਆ ਕੇ ਬੇਨਤੀ ਕੀਤੀ, ਹੱਥ ਬੰਨ ਕੇ। ਦਾਸ ਕਦੀਮੀ ਰਾਵਰ ਕੇਰਾ ਤੁਰਕਨ ਸਾਨ ਕਿਛ ਹਿਤ ਨਹਿ ਮੇਰਾ। ਮਹਾਰਾਜ ਭਾਵੇਂ ਮੇਰਾ ਜਨਮ ਤੁਰਕਾਂ ਦੇ ਘਰ ਦਾ ਹੈ, ਪਰ ਮੇਰਾ ਉਹਨਾਂ ਤੁਰਕਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਨਕੇ ਸਾਥ ਨ ਮੋਹਿ ਮਿਲਾਇਓ ਆਪਨ ਸਰਾਪ ਤੇ ਪ੍ਰਕਾਸ਼ ਤਕ ਪਹੁੰਚਾਇਓ। ਮਹਾਰਾਜ ਮੈਨੂੰ ਇਸ ਸਰਾਪ ਚੋਂ ਬਾਹਰ ਕੱਢ ਦਿਓ। ਜਿਹੜਾ ਤੁਸੀਂ ਬਚਨ ਕੀਤਾ, ਵੈਸੇ ਗੁਰੂ ਕਿਸੇ ਨੂੰ ਨਾ ਵਰ ਦਿੰਦਾ ਨਾ ਸਰਾਪ ਦਿੰਦਾ। ਗੁਰਬਾਣੀ ਕੀ ਕਹਿੰਦੀ ਆ, ਜਿਹੋ ਜਿਹਾ ਕਰੋਗੇ ਉਹੋ ਜਿਹਾ ਪਾਓਗੇ। ਕਤ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਗੁਰੂ ਤਾਂ ਸੱਚ ਸੁਣਾ ਦਿੰਦਾ ਹੈ, ਸੱਚ ਕਹਿੰਦਾ ਹੋਇਆ ਗੁਰੂ ਰੁਕਦਾ ਨਹੀਂ ਹੈ। ਇਸ ਕਰਕੇ ਗੁਰੂ ਪਿਆਰਿਓ, ਚਲੋ ਲਿਖਣ ਵਾਲਿਆਂ ਨੇ ਇਹਨੂੰ ਵਰ ਸਰਾਪ ਲਿਖ ਦਿੱਤਾ ਹੈ,
ਗੁਰੂ ਨੇ ਸੱਚ ਕਹਿ ਦਿੱਤਾ ਤੇ ਇਹ ਉੱਠ ਕੇ ਕਹਿੰਦਾ ਜੀ ਮੈਨੂੰ ਇਸ ਬਚਨ ਚੋਂ ਬਖਸ਼ੋ, ਮੈਂ ਤਾਂ ਉਹਨਾਂ ਤੁਰਕਾਂ ਦੇ ਨਾਲ ਨਹੀਂ ਹੈਗਾ। ਸ੍ਰੀ ਗੁਰ ਕਹੈ ਪ੍ਰਥਮ ਕੇ ਸਮੈ ਆਪਣੇ ਹੇਤ ਕਹਿਨ ਥੋ ਹਮੈ। ਪਾਤਸ਼ਾਹ ਕਹਿੰਦੇ ਹੁਣ ਤਾਂ ਬਚਨ ਹੋ ਗਿਆ, ਇਹ ਪਹਿਲਾਂ ਗੱਲ ਸੋਚਣੀ ਸੀ ਤੂੰ, ਹੁਣ ਤਾਂ ਮੈਂ ਕਹਿ ਦਿੱਤਾ, ਇਹ ਨਹੀਂ ਮੁੜਦਾ। ਦੇਤ ਸਰਾਪ ਕੋ ਲੇਤ ਬਚਾਏ ਤਰਕਣ ਗਣ ਤੇ ਪ੍ਰਥਕ ਬਣਾਏ। ਤੈਨੂੰ ਇਸ ਬਚਨ ਤੋਂ ਪਹਿਲਾਂ ਪਾਸੇ ਕਰ ਲੈਂਦੇ, ਜਿਵੇਂ ਮਲੇਰੀਏ ਨੂੰ ਪਾਸੇ ਕਰਤਾ ਪਹਿਲਾਂ ਹੀ। ਗੁਰੂ ਪਿਆਰਿਓ ਦੱਸਦੇ ਐ 47 ਵੇਲੇ ਵੀ ਜਿਹੜੇ ਲੋਕ ਮਲੇਰਕੋਟਲੇ ਦੀ ਹੱਦ 'ਚ ਵੜ ਜਾਂਦੇ ਸੀਗੇ ਨਾ, ਉਹ ਬਚ ਜਾਂਦੇ ਸੀ। ਕੋ ਸਤਨਾਮ। ਮਲੇਰਕੋਟਲੇ ਦਾ ਰਾਜ ਪੁਰਾਣਾ ਹੀ ਚੱਲਦਾ ਆ ਰਿਹਾ ਹੈ। ਜਦੋਂ ਕੋਈ ਮਲੇਰਕੋਟਲੇ ਦੀ ਹੱਦ ਵਿੱਚ ਵੜ ਜਾਂਦਾ, ਉਹਨਾਂ ਤੇ ਹਮਲਾ ਨਹੀਂ ਸੀ ਹੁੰਦਾ। ਇਹ ਗੁਰੂ ਸਾਹਿਬ ਦੇ ਅਟਲ ਬਚਨ ਸੀ। ਸਿੱਖਾਂ ਨੂੰ ਵੀ ਇਹ ਹੁਕਮ ਸੀ ਗੁਰੂ ਸਾਹਿਬ ਦਾ, ਉਹਨਾਂ ਨੇ ਵੀ ਮਲੇਰਕੋਟਲੇ ਦੇ ਨਾ 47 ਵਿੱਚ ਨਾ 84 ਵਿੱਚ ਹਮਲਾ ਕੀਤਾ। ਕੋਈ ਕੋ ਸਤਨਾਮ। ਇਹ ਗੁਰੂ ਸਾਹਿਬ ਦਾ ਬਚਨ ਹਜੇ ਵੀ ਚੱਲਦਾ ਆ ਰਿਹਾ ਹੈ। ਖੈਰ ਮਨੋਬਿਰਤੀ ਉੱਥੇ ਰੱਖੀਏ। ਰਾਏ ਕੱਲੇ ਨੂੰ ਕਹਿੰਦੇ ਪਹਿਲਾਂ ਦੱਸਣਾ ਸੀ। ਸੁਣਤਾ ਰਾਏ ਕੱਲੇ ਤਬ ਕਹਿਓ ਇਤ ਕੋਪ ਮੈਂ ਨਾਹਿਨ ਲਿਓ। ਮਹਾਰਾਜ ਮੈਨੂੰ ਕੀ ਪਤਾ ਸੀਗਾ ਕਿ ਤੁਸੀਂ ਨੂਰੇ ਮਾਹੀ ਕੋਲੋਂ ਗੱਲ ਸੁਣਦੇ ਐਨੇ ਜੋਸ਼ ਵਿੱਚ ਜਾਂ ਗੁੱਸੇ ਵਿੱਚ ਆ ਕੇ ਐਸਾ ਬਚਨ ਕਹੋਗੇ। ਆਪੀ ਸ਼ਰਨ ਪਰੇ ਕੀ ਰਾਖੋ ਦਾਸ ਜਾਨ ਬਖਸ਼ਨ ਅਬ ਲਾਖੋ। ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ, ਮੈਨੂੰ ਆਪਣਾ ਸੇਵਕ ਜਾਣ ਕੇ ਬਖਸ਼ ਲਹੋ ਜੀ। ਮੇਰੇ ਰਾਜ ਤੇਜ ਰਖ ਲੀਜੈ ਪਰਿਓ ਸਰਨਾ ਆਬੋ ਕਰਨਾ ਕੀਜੈ। ਮੇਰਾ ਰਾਜ ਤੇਜ ਇਸੇ ਤਰ੍ਹਾਂ ਬਣਿਆ ਰਵੇ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਹੋਣਾ ਸ਼੍ਰੀ ਗੁਰੂ ਤੈ ਸੰਗ ਬਖਾਨਾ ਮਿਟ ਕੇ ਮਸਕਹਿ ਨਾ ਸੱਚ ਹੋਏ ਜਾਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਹੋਣੀ ਨੂੰ ਕੋਈ ਬਦਲ ਨਹੀਂ ਸਕਦਾਗਾ। ਉਹਨੂੰ ਕਹਿਣ ਲੱਗੇ ਮਿਟ ਕੇ ਮਸਕੇ ਜੇ ਸੱਚ ਹੋਏ ਜਾਨਾ। ਜਿਹੜੀ ਹੋਣੀ ਹੈ ਇਹ ਤਾਂ ਏਦਾਂ ਹੀ ਵਰਤਣੀ ਹੈ, ਇਹਨੂੰ ਕੋਈ ਹੁਣ ਰੋਕ ਨਹੀਂ ਸਕਦਾ। ਹੁਣ ਹਾਰ ਤੁਰਕਨ ਘਰ ਖੋਵਾ ਨਿਤ ਅਪਰਾਧ ਕਰਤ ਹੀ ਜੋਵਾ। ਇਹ ਹੋਣੀ ਦੇ ਤਾਂ ਤੁਰਕਾਂ ਦੇ ਘਰ ਖਤਮ ਕਰਨੇ ਹੈ, ਇਹ ਹੋਣੀ ਵਰਤਣੀ ਹੈ, ਕਿਉਂਕਿ ਇਹਨਾਂ ਦੇ ਘਰ ਵਿੱਚ ਰੋਜ਼ਾਨਾ ਹੀ ਮੈਂ ਅਪਰਾਧ ਹੁੰਦੇ ਵੇਖ ਰਿਹਾ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਲਾਹੌਰ ਦੇ ਵਿੱਚੋਂ ਲੰਘੇ, ਇੱਕ ਵਾਰ ਆਪਣੇ ਸਾਥੀਆਂ ਨੂੰ ਉੱਚੀ ਆਵਾਜ਼ ਵਿੱਚ ਕਹਿੰਦੇ ਚਲੋ ਮਰਦਾਨਿਆ ਇੱਥੇ ਨਹੀਂ ਠਹਿਰਦੇ। ਕਿਉਂ ਮਹਾਰਾਜ? ਉਹ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇੱਥੇ ਤੜਕੇ ਸਵਾ ਪਹਿਰ 3-4 ਘੰਟੇ ਗਊਆਂ ਵੱਢੀਆਂ ਜਾਂਦੀਆਂ, ਸਾਰਾ ਦਿਨ ਉਹਨਾਂ ਦਾ ਮਾਸ ਵੇਚਿਆ ਜਾਂਦਾ ਹੈ। ਕੋ ਸਤਨਾਮ। ਇਹ ਜ਼ਹਿਰ ਕਹਿਰ ਹੋ ਰਿਹਾ ਤੇ ਪਾਤਸ਼ਾਹ ਦੇ ਬਚਨ ਐਸਾ ਹੋਇਆ ਕਿ ਲਾਹੌਰ ਦੇ ਵਿੱਚ ਤੜਕੇ ਸਾਰਿਆਂ ਦੇ ਘਰਾਂ ਵਿੱਚ ਲੜਾਈਆਂ ਹੋਣ ਲੱਗੀਆਂ। ਕੋ ਸਤਨਾਮ। ਪਾਤਸ਼ਾਹ ਇੰਨਾ ਕਹਿ ਕੇ ਲੰਘ ਗਏ। ਸਮਾਂ ਬਤੀਤ ਹੋਇਆ, ਤੀਜੇ ਪਾਤਸ਼ਾਹ ਦਾ ਸਮਾਂ ਆਇਆ। ਇੱਕ ਵਾਰੀ ਫਿਰ ਲਾਹੌਰ ਦੇ ਲੋਕਾਂ ਨੇ, ਲਾਹੌਰ ਦੀ ਸੰਗਤ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਨੇ ਪਹਿਲੇ ਜਾਮੇ ਵਿੱਚ ਬਚਨ ਕੀਤਾ ਸੀਗਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਕਿਰਪਾ ਕਰਕੇ ਉਹਨੂੰ ਹੁਣ ਮਾਫ ਕਰ ਦਿਓ, ਲਾਹੌਰ ਨੂੰ ਬਚਾ ਲਓ। ਸਾਡੇ ਤੜਕੇ ਐਸੀਆਂ ਲੜਾਈਆਂ ਝਗੜੇ ਹੋ ਜਾਂਦੇ ਆ, ਕਈ ਮਰ ਮੁਰ ਜਾਂਦੇ ਆ। ਚਲੋ ਗੁਰੂ ਅਮਰਦਾਸ ਜੀ ਦਇਆ ਦੇ ਘਰ ਆਏ, ਨਿਮਾਣਿਆਂ ਦੇ ਮਾਣ ਸਤਿਗੁਰੂ ਖੁਸ਼ੀ ਦੇ ਵਿੱਚ ਆਏ। ਕਹਿੰਦੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਸੇ ਲਾਹੌਰ ਸ਼ਹਿਰ ਦੇ ਵਿੱਚ ਹੀ ਪਹਿਲਾਂ ਅੰਮ੍ਰਿਤਸਰ ਸ਼ਹਿਰ ਪੈਂਦਾ ਸੀ। ਕੋ ਸਤਨਾਮ। ਪਹਿਲਾਂ ਇਹਦਾ ਨਾਮ ਅੰਮ੍ਰਿਤਸਰ ਨਹੀਂ ਸੀਗਾ, ਉਹ ਤਾਂ ਬਾਅਦ ਵਿੱਚ ਨਾ ਉਤਰਿਆ ਗਿਆ। ਪਹਿਲਾਂ ਚੱਕ ਰਾਮਦਾਸ, ਫਿਰ ਗੁਰੂ ਕਾ ਚੱਕ, ਫਿਰ ਜਦੋਂ ਅੰਮ੍ਰਿਤ ਪ੍ਰਗਟ ਹੋਇਆ ਫਿਰ ਇਹਦਾ ਨਾਮ ਅੰਮ੍ਰਿਤਸਰ ਪਿਆ। ਪਰ ਇਹਦੀ ਭਵਿੱਖਬਾਣੀ ਗੁਰੂ ਅਮਰਦਾਸ ਜੀ ਨੇ ਪਹਿਲਾਂ ਕਰ ਦਿੱਤੀ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਸੇ ਲਾਹੌਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਹੋਵੇਗਾ, ਸਿਫਤੀ ਦਾ ਪਰਮੇਸ਼ਰ ਦਾ ਘਰ ਹੋਵੇਗਾ। ਉਹ ਫਿਰ ਅੱਗੇ ਜਾ ਕੇ ਚੌਥੇ ਤੇ ਪੰਜਵੇਂ ਪਾਤਸ਼ਾਹ ਨੇ ਪ੍ਰਗਟ ਕੀਤਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਗੁਰੂਆਂ ਦੇ ਮੁਖ ਚੋਂ ਜਿਹੜਾ ਬਚਨ ਨਿਕਲ ਗਿਆ ਉਹ ਹੁਣ ਆਲਾ ਨਹੀਂ ਜਾਂਦਾ। ਪਾਤਸ਼ਾਹ ਕਹਿੰਦੇ ਮੈਂ ਜਦੋਂ ਵੇਖਦਾ ਹਾਂ ਇਹਨਾਂ ਤੁਰਕਾਂ ਦੇ ਘਰ ਵਿੱਚ ਬੜਾ ਅਪਰਾਧ ਹੋ ਰਿਹਾ ਹੈ, ਦੇਖੋ ਇਹ ਬੱਚਿਆਂ ਤੇ ਬੁੱਢਿਆਂ ਦਾ ਵੀ ਲਿਹਾਜ਼ ਨਹੀਂ ਕਰਦੇ। ਨਗਾਰ ਬੰਦ ਕੋ ਰਹਿ ਤੇਜ ਸ਼ੀਨਤਾ ਨਿਤ ਪਰਤ ਰਹਿ। ਰਾਏ ਕੱਲੇ ਕੋਈ ਇਹਨਾਂ ਦਾ ਕੋਈ ਨਗਾਰਾ ਵਜਾਉਣ ਵਾਲਾ ਵੀ ਨਹੀਂ ਰਹੇਗਾ। ਪਾਤਸ਼ਾਹ ਨੇ ਹੋਰ ਬਚਨ ਕਰ ਦਿੱਤਾ, ਇਹਨਾਂ ਦਾ ਕੋਈ ਸਿਪਾਹੀ ਵੀ ਨਹੀਂ ਬਚੇਗਾ।
ਤੇਜ ਤਾਂ ਇਹਨਾਂ ਦਾ ਖਤਮ ਹੋਣਾ ਹੀ ਹੋਣਾ। ਅਬ 21 ਸੈ ਕੋਸਨ ਰਾਜ ਚੱਕਰਵਤ ਕਾ ਥੇ ਸਿਰ ਪਰ ਤਾਜ। ਹੁਣ ਜਿਹੜਾ ਇਹਨਾਂ ਦਾ 2100 ਕੋਹ ਤੱਕ ਰਾਜ ਹੈ, ਚੱਕਰਵਰਤੀ ਰਾਜੇ ਹਨ। ਥੋੜੇ ਦਿਨ ਮੈਂ ਏਮਾ ਹੋਏ ਹਾਨਾ ਨੀਠ ਨੀਠ ਨਿਰਜਨ ਕੇ ਗੁਜਰਾਨਾ। ਇਹ ਜਿਹੜਾ 2100 ਕੋਹ ਤੱਕ 42 ਕੋਹ ਜਿਹੜਾ ਹੈ ਦਿੱਲੀ ਦੇ ਰਾਜੇ ਦਾ ਰਾਜ ਸੀ ਦੁਰਯੋਧਨ ਦਾ। ਤਾਂ ਗੁਰੂ ਪਿਆਰੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਇੱਥੇ ਇਹਨਾਂ ਦਾ ਰਾਜ ਕਿੰਨਾ ਹੋ ਗਿਆ 2100, ਉਹਦਾ 42 ਯੋਜਨ ਤੱਕ ਸੀਗਾ ਤੇ ਇਹਦਾ ਹੈਗਾ 2100 ਕੋਹ ਤੱਕ। ਭਾਵ ਇਹਨਾਂ ਮੁਗਲਾਂ ਦਾ ਰਾਜ ਬੜਾ ਦੂਰ ਤੱਕ ਫੈਲ ਚੁੱਕਿਆ ਸੀ। ਅਰਬਸਤਾਨ ਤੋਂ ਆਏ ਭਾਰਤ ਵਿੱਚ ਵੀ ਇਹਨਾਂ ਦਾ ਬਾਬਰਕਿਆਂ ਦਾ ਰਾਜ ਹੋ ਗਿਆ ਸੀ। ਤਾਂ ਗੁਰੂ ਪਾਤਸ਼ਾਹ ਜੀ ਉਹ ਸਾਰਾ ਹੀ ਚੱਕਰ ਦੱਸਦੇ ਹਨ ਕਿ ਜਿਹੜਾ ਇਹਨਾਂ ਦਾ 2100 ਕੋਹ ਤੱਕ ਚੱਕਰਵਰਤੀ ਰਾਜ ਹੈ ਨਾ, ਥੋੜੇ ਦਿਨਾਂ ਵਿੱਚ ਖਤਮ ਹੋ ਜਾਵੇਗਾ। ਨੀਠ ਨੀਠ ਜਿਨ ਕੀ ਗੁਜਰਾਨਾ, ਇਹਨਾਂ ਨੂੰ ਗੁਜ਼ਾਰਾ ਕਰਨਾ ਵੀ ਔਖਾ ਹੋ ਜਾਵੇਗਾ। ਆਪਣਾ ਖਾਣ ਪੀਣ ਦਾ ਮਸਾ ਮਸਾ ਕਰਨਗੇ। ਮੈਂ ਸਾਹਿਬਜ਼ਾਦੇ ਕਰੀ ਅਵਗਿਆ ਤਰਕਨ ਬਾਂਦੇ। ਜਿਹੜੀ ਸਰਹੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਅਵਗਿਆ ਕੀਤੀ ਆ ਇਹਨਾਂ ਤੁਰਕਾਂ ਨੇ, ਝਗੜਾਲੂ ਤੁਰਕਾਂ ਨੇ। ਵਡੀ ਵਸੈ ਕੋਸਨ ਲਗ ਜੋਈ ਧਣੀ ਕਣੀ ਮਹਿਲਾਇਤ ਹੋਈ। ਜਿਹੜੀ ਸਰਹੰਦ ਬੜੀ ਘੁੱਗ ਵਸਦੀ ਹੈ, ਸਰਹੰਦ ਇਹਦਾ ਅਰਥ ਬਣਦਾ ਹੈ ਸਰਹਿੰਦ, ਹਿੰਦੁਸਤਾਨ ਦਾ ਸ਼੍ਰੋਮਣੀ ਸ਼ਹਿਰ, ਸਭ ਤੋਂ ਅਮੀਰ ਲੋਕਾਂ ਦਾ ਸ਼ਹਿਰ ਸੀ ਉਹ। ਕਿਸੇ ਵੇਲੇ ਰਾਜਧਾਨੀ ਵੀ ਰਹੀ ਆ ਮੁਗਲਾਂ ਦੇ ਸਮੇਂ। ਇਸ ਕਰਕੇ ਸਰਹਿੰਦ ਦਾ ਅਰਥ ਹੈ ਕਿ ਇਹ ਭਾਰਤ ਵਰਸ਼ ਦਾ, ਹਿੰਦੁਸਤਾਨ ਦਾ ਉਹ ਸਿਰ ਸੀ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇਹ ਸਰਹੰਦ ਜਿੱਥੇ ਸਾਡੇ ਸਾਹਿਬਜ਼ਾਦਿਆਂ ਦੀ, ਸਾਡੀ ਮਾਤਾ ਜੀ ਦੀ ਬੇਅਦਬੀ ਕੀਤੀ ਹੈ, ਇਹਨਾਂ ਨੇ ਸ਼ਹੀਦ ਕੀਤਾ ਉਹਨਾਂ ਨੂੰ, ਔਰ ਜਿਸ ਦੇ ਵਿੱਚ ਧਣੀ ਘਣੀ ਮਹਿਲਾਇਤ ਹੋਈ, ਜਿਹਦੇ ਵਿੱਚ ਬੜੇ ਧਣੀ ਹਨ, ਮਹਿਲ ਆਦਿ ਹਨ। ਸਕਲ ਸਤਨ ਕੀ ਜਰਾ ਅਫਰ ਹੈ ਖੇਤੀ ਵਾਹਨ ਜੋ ਬੋਵਨ ਕਰ ਹੈ। ਔਰ ਇਹ ਸਾਰੇ ਘਰ ਢਹਿ ਜਾਣਗੇ, ਮਹਿਲ ਕੋਠੀਆਂ ਕੁਛ ਨਹੀਂ ਬਚੇਗਾ। ਇੱਥੇ ਤਾਂ ਇਸ ਧਰਤੀ ਤੇ ਫਸਲ ਬੀਜੀ ਜਾਣੀ ਹੈ। ਹੁਣ ਹਿਸਾਬ ਲਾ ਲਓ, ਜੇ ਫਸਲ ਬੀਜਣੀ ਹੈ ਤੇ ਫਿਰ ਤਾਂ ਨਿਉਂ ਵੀ ਪੱਟਣੀਆਂ ਪੈਣਗੀਆਂ ਨਾ, ਇੱਟਾਂ ਤਾਂ ਕੱਢਣੀਆਂ ਪੈਣਗੀਆਂ। ਪਾਤਸ਼ਾਹ ਨੇ ਉਹ ਬਚਨ ਕਰਤਾ ਕਿ ਇਹਦੇ ਵਿੱਚ ਇੱਕ ਇੱਟ ਵੀ ਨਹੀਂ ਬਚੇਗੀ। ਐਸਾ ਸਮਾਂ ਆਵੇਗਾ ਔਰ ਇੱਥੇ ਹਲ ਚਲਾਇਆ ਜਾਵੇਗਾ, ਖੇਤੀ ਬੀਜੀ ਜਾਵੇਗੀ। ਆਸ ਫਲ ਪ੍ਰਾਪਤ ਪਾਪਨ ਕੇਰਾ ਤਰਕ ਰਾਜ ਕੋ ਹੋਏ ਨਵੇਰਾ। ਇਹ ਇਹਨਾਂ ਨੇ ਕੀਤੀ ਦਾ ਫਲ ਤੁਰਕਾਂ ਨੂੰ ਮਿਲਣਾ ਹੈ ਤੇ ਤੁਰਕਾਂ ਦੇ ਰਾਜ ਦਾ ਖਾਤਮਾ ਇਉਂ ਹੋਵੇਗਾ। ਦੋਏ ਬਾਰ ਕਹੈ ਕਲਾਰਾਉ ਭਇਓ ਲਚਾਰ ਮਹਾ ਪਛਤਾਉ। ਹੁਣ ਗੁਰੂ ਪਾਤਸ਼ਾਹ ਜੀ ਉਸੇ ਤਰ੍ਹਾਂ ਜੋਸ਼ ਦੇ ਵਿੱਚ ਹਨ। ਸਾਹਿਬਜ਼ਾਦਿਆਂ ਦੀ ਤਾਜੀ ਘਣਾ ਇਹਨਾਂ ਨੇ ਸੁਣੀ ਆ, ਭਾਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਪਤਾ ਹੀ ਹੈ। ਹੁਣ ਰਾਏ ਕੱਲਾ ਬਾਰ-ਬਾਰ ਬੇਨਤੀਆਂ ਕਰਦਾ, ਮੈਨੂੰ ਬਖਸ਼ ਦਿਓ ਜੀ, ਮੈਨੂੰ ਬਖਸ਼ ਦਿਓ। ਹੁਣ ਐਡੀ ਛੇਤੀ ਕਿੱਥੇ ਬਖਸ਼ਿਆ ਜਾਵੇ? ਦੂਜੀ ਵਾਰ ਫਿਰ ਬੇਨਤੀ ਕਰਦਾ ਹੈ, ਆਵਰ ਇਸ ਮੈਂ ਬਖਸ਼ਿਸ਼ਤਾ ਕੇ ਮਾਨਾਹੀ ਸੰਗ ਚਲੋ ਬੈਠਵ ਨਿਤ ਪਾਹੀ। ਇਹਨੇ 2-3 ਵਾਰੀ ਕਿਹਾ, ਪਾਤਸ਼ਾਹ ਨੇ ਇਹਦੀ ਗੱਲ ਤੇ ਕੋਈ ਗੌਰ ਨਾ ਕੀਤੀ। ਹੁਣ ਇਹ ਵੀ ਸਮਝ ਗਿਆ ਕਿ ਅੱਜ ਪਾਤਸ਼ਾਹ ਜੀ ਦਾ ਮੂਡ ਠੀਕ ਨਹੀਂ ਹੈ, ਅੱਜ ਇਹ ਮੈਨੂੰ ਨਹੀਂ ਬਖਸ਼ਣਗੇ। ਚਲੋ ਹੌਲੀ ਹੌਲੀ ਜਦੋਂ ਕਿਤੇ ਵਧੀਆ ਮਾਹੌਲ ਦੇ ਵਿੱਚ ਹੋਏ ਉਦੋਂ ਬੇਨਤੀ ਕਰਾਂਗਾ, ਸ਼ਾਇਦ ਉਦੋਂ ਮੈਨੂੰ ਮਾਫ ਕਰ ਦੇਣ। ਹੋਏ ਪਰਸਾਨਾ ਕਿਸ ਬਿਦ ਤੇ ਜਬੈ ਮਹਾਪੁਰਖ ਬਖਸ਼ਹਿਗੇ ਤਵੈ। ਵੈਸੇ ਤਾਂ ਮਹਾਂਪੁਰਖ ਹੈ, ਰੱਬ ਦੇ ਪਿਆਰੇ ਆ, ਜਦੋਂ ਖੁਸ਼ੀ ਦੇ ਘਰ ਵਿੱਚ ਹੋਏ ਤੇ ਮੈਨੂੰ ਮਾਫ ਕਰ ਦੇਣਗੇ। ਜਿਨ ਲੋਕਣਾ ਸਨ ਊਚ ਉਚਾਰਾ ਗਮਨਿਓ ਸਤਨ ਕਰੋ ਸਭ ਤਿਆਰਾ। ਔਰ ਫਿਰ ਆਪਣੇ ਬੰਦਿਆਂ ਨੂੰ ਕਹਿਣ ਲੱਗਿਆ ਵੀ ਜਾਓ ਘਰਾਂ ਨੂੰ ਸਾਰੀ ਤਿਆਰੀ ਕਰੋ। ਬਾਲਕ ਤਨੀ ਮਾਤਾ ਸਭ ਲੈ ਆਇਓ ਰੱਖੈ ਸੰਗ ਜਹਾਂ ਕਹਿ ਜਾਇਓ। ਔਰ ਤੁਸੀਂ ਕਰਨਾ ਕੀ ਆ? ਰਾਏ ਕੱਲਾ ਕਹਿਣ ਲੱਗਿਆ ਆਪਣੇ ਬੰਦਿਆਂ ਨੂੰ, ਆਪਣੇ ਪਰਿਵਾਰਾਂ ਨੂੰ ਨਾਲ ਲਿਆਓ, ਆਪਣੇ ਨਾਲ ਰੱਖੋ ਤੇ ਜਿੱਧਰ ਗੁਰੂ ਸਾਹਿਬ ਜਾਣ ਇਹਨਾਂ ਦੇ ਮਗਰ ਜਾਣਾ। ਨਾਹੀ ਤਾਂ ਕੋਗ ਨੀਵਾ ਚੜਿਆ ਵੈ ਛੀਨ ਹੈ ਦੇਸ ਮਹਾਬਲ ਪਾਵੈ।
ਔਰ ਗੁਰੂ ਸਾਹਿਬ ਦਾ ਬਚਨ ਹੋ ਗਿਆ ਜੇ ਕੋਈ ਗਨੀਬ ਕੋਈ ਡਾਕੂ ਕੋਈ ਲਟੇਰਾ ਚੜਾਈ ਕਰਕੇ ਆ ਗਿਆ ਤੇ ਆਪਣਾ ਦੇਸ਼ ਲੁੱਟਿਆ ਜਾਣਾ। ਸਭ ਔਰਤ ਕੀ ਬੇਨੀ ਕਹਿ ਕਹਿ ਬਹਿਰ ਨਿਕਾਰ ਹੈ ਦੁਰਬਚ ਕਹਿ ਕਹਿ। ਗੁਰੂ ਸਾਹਿਬ ਦਾ ਬਚਨ ਹੋ ਗਿਆ ਹੈ ਹੁਣ ਆਲਾ ਨਹੀਂ ਜਾਂਦਾਗਾ। ਐਸਾ ਨਾ ਹੋਵੇ ਕਿ ਆਪਣੇ ਪਰਿਵਾਰਾਂ ਦੀ ਬੇਅਦਬੀ ਕਰ ਦੇਣ ਡਾਕੂ ਲੁਟੇਰੇ ਸਾਡੇ ਰਾਜ ਨੂੰ ਖਤਮ ਕਰਨ ਵਾਲੇ। ਸ੍ਰੀ ਸਤਿਗੁਰ ਤੇ ਸੰਗ ਰਹੀਜੈ ਥਿਰੇ ਥਿਰੋ ਗਮਨ ਗਮਨੀਜੈ। ਜਿੱਥੇ ਗੁਰੂ ਬਹਿ ਜਾਣ ਉੱਥੇ ਰੁਕ ਜਿਆ ਕਰੋ ਤੇ ਜਿੱਥੇ ਚੱਲ ਪੈਣ ਇਹਨਾਂ ਦੇ ਨਾਲ ਰਹੋ। ਜਿੱਦਣ ਇਹਨਾਂ ਦੇ ਮੁਖ ਚੋਂ ਬਖਸ਼ਣ ਦਾ ਬਚਨ ਹੋਵੇਗਾ ਉਹਦੇ ਦੁਆਰਾ ਰਾਏਕੋਟ ਲੰਮੇ ਜੱਟਪੁਰੇ ਆਪਣੇ ਰਾਜ ਵਿੱਚ ਆ ਕੇ ਬਸਾਂਗੇ। ਇਹ ਰਾਜੇ ਨੂੰ ਪਤਾ ਹੈ ਨਾ ਵੀ ਜਿੰਨਾ ਚਿਰ ਦੁਆਰਾ ਬਚਨ ਪਾਤਸ਼ਾਹ ਜੀ ਬਖਸ਼ਦੇ ਨਹੀਂ ਉਹਨਾਂ ਚਿਰ ਅਸੀਂ ਬਚਦੇ ਨਹੀਂ। ਤੇ ਆਪਣੇ ਬੰਦਿਆਂ ਨੂੰ ਕਹਿਣਾ ਆਪਾਂ ਗੁਰੂ ਸਾਹਿਬ ਦੇ ਨਾਲ ਰਹਿਣਾ ਜਿੰਨਾ ਚਿਰ ਆਪਾਂ ਨੂੰ ਮਾਫ ਨਹੀਂ ਕਰ ਦਿੰਦੇ। ਜੈ ਬਖਸ਼ेंगे ਕਰੁਣਾ ਧਾਰ ਤਹਤੇ ਹਟੋ ਬਸਾਵਹੁ ਨਾਰ। ਜਦੋਂ ਆਪਾਂ ਨੂੰ ਇਹਨਾਂ ਨੇ ਬਚਨ ਕਰ ਦਿੱਤਾ ਵੀ ਚੱਲ ਕੋਈ ਨਹੀਂ ਯਾਰ ਸੋਨੂੰ ਬਚਾ ਲਵਾਂਗੇ ਫੇਰ ਮੁੜ ਕੇ ਆਪਣੇ ਰਾਜ ਵਿੱਚ ਆਵਾਂਗੇ। ਆਸੂ ਕਹਿਬੋ ਸੁਣ ਕਰ ਗੁਰ ਕਾਨ ਹਮਰੇ ਬਚਨ ਪ੍ਰਤੀਤ ਮਹਾਨ। ਜਦੋਂ ਇਹ ਗੱਲਾਂ ਰਾਏ ਕੱਲੇ ਨੇ ਆਪਣੇ ਬੰਦਿਆਂ ਨੂੰ ਕਹੀਆਂ ਤੇ ਗੁਰੂ ਸਾਹਿਬ ਨੂੰ ਵੀ ਪਤਾ ਲੱਗਿਆ ਵੀ ਰਾਏ ਕੱਲਾ ਸਾਡੇ ਬਚਨਾਂ ਤੇ ਭਰੋਸਾ ਕਰਦਾ ਹੈ। ਦਇਆ ਸਿੰਧ ਤਬ ਦਿਆ ਢਰੇ ਹੈ ਨਿਤ ਬਖਸ਼ਣ ਕੇ ਬਚਨ ਕਰੇ ਹੈ। तो फिर एक दिन मेरे प्रीतम जी ने उसे तरह ही दया दे घर आए कहने चल फिर तेनू माफ कर दिने आ। जोरावारी करत है राय जड़ अपनी राखन के दाए। ये राय कला धक्का करदा है अपनी जड़ बचाउण वास्ते भाव अपना राज बचाउण वास्ते। आस तरन ते तर तरवार तेह ते श्री प्रभु लई निकार। सतगुरां ने अपने शस्त्रां विचों एक तलवार कड्ढी आ एक तलवार चक्की है। निज कर मैं धार बाग बखाना तुझको बख्शे चार कृपाना। इत्थे चार दा अर्थ गिनती चार नहीं है चार दा मतलब है सुंदर। लै राय कल्ले तैनू ये सुंदर श्री साहब ये तलवार दिने अपने हत्थां दे नाल। जब लग रखो अदब इस केरा रह बस होए राज बडेरा। जिन्ना चिर तू ये श्री साहब दी सत्कार करेगा जिन्ना चिर तू साडी ये दित्ती हुई तलवार दा अदब करेगा सत्कार करेगा तेरा राज चलदा रहेगा। पूजो सन मानो नाही किदो पाए लेगो गरमाही। ਇਹ ਤਾਂ ਹੁਣ ਗੁਰੂਆਂ ਦੇ ਬਚਨ ਹੈ ਅੱਗੇ ਜਾ ਕੇ ਵਰਤਨੇ ਆ ਜਿਵੇਂ ਲੁਲਾਰੀਆਂ ਦੇ ਮੱਠ ਨੂੰ ਬਖਸ਼ਿਸ਼ ਕੀਤੀ ਸੀ ਬਈ ਜੇ ਕਿਸੇ ਨੇ ਚ ਨਿਗਾਹ ਮਾਰੀ ਹੱਥ ਮਾਰਿਆ ਮੁੱਦਾ ਸਿੱਧਾ ਕੀਤਾ ਫੇਰ ਨਹੀਂ ਕੰਮ ਕਰਨਾ ਤੇ ਉਹ ਅਗਲੀਆਂ ਕੁੱਲਾਂ ਵਿੱਚ ਆ ਕੇ ਮਾਛੀ ਵਾਲੇ ਲੁਲਾਰੀਆਂ ਦੇ ਮੱਠ ਨੂੰ ਵੇਖ ਲਿਆ ਕਿਸੇ ਪੋਤ ਨੋਹ ਨੇ ਜਾ ਕੇ ਉਹ ਕੰਮ ਛੱਡ ਗਿਆ। ਹੁਣ ਪਾਤਸ਼ਾਹ ਹੋਣੀ ਨੂੰ ਬਦਲਦੇ ਨਹੀਂ ਥੋੜਾ ਅੱਗੇ ਲਗਾਉਂਦੇ ਆ ਕਹਿੰਦੇ ਜਿੰਨਾ ਚਿਰ ਸਾਡੀ ਇਹ ਦਿੱਤੀ ਹੋਈ ਸ੍ਰੀ ਸਾਹਿਬ ਦਾ ਸਤਿਕਾਰ ਕਰੋਗੇ ਉਹਨਾਂ ਚਿਰ ਤੁਹਾਡਾ ਰਾਹ ਚੱਲਦਾ ਰਹੂਗਾ। ਜਦੋਂ ਤੁਸੀਂ ਇਹਦਾ ਸਤਿਕਾਰ ਛੱਡਤਾ ਜਾਂ ਕਿਸੇ ਨੇ ਇਹਨੂੰ ਗਲੇ 'ਚ ਪਾ ਲਿਆ ਗਾਤਰੇ 'ਚ ਪਾ ਕੇ ਬੰਸ ਰਾਜ ਤਿਸ ਦਿਨ ਤੇ ਸ਼ੀਨਾ ਕਛ ਨ ਰਹਿ ਸਾਜ ਲਿਹੋ ਜੀਨਾ। ਬਸ ਫੇਰ ਤੁਹਾਡੀ ਬੰਸ ਤੇ ਤੁਹਾਡਾ ਰਾਜ ਖਤਮ ਹੋ ਜਾਵੇਗਾ ਫਿਰ ਕੁਝ ਨਹੀਂ ਬਚੇਗਾ। ਇਸ ਤਰ੍ਹਾਂ ਸਤਿਗੁਰਾਂ ਨੇ ਇਹ ਬਚਨ ਥੋੜਾ ਲੰਮਾ ਪਾ ਦਿੱਤਾ ਇਹਨਾਂ ਵਾਸਤੇ ਕਿਉਂਕਿ ਕਦੇ ਨਾ ਕਦੇ ਤਾਂ ਅੱਗੇ ਜਾ ਕੇ ਹੋ ਹੀ ਜਾਣਾ। ਇਸ ਕਰਕੇ ਇਹਨਾਂ ਨੂੰ ਥੋੜੀ ਤਸੱਲੀ ਹੋ ਗਈ ਔਰ ਮਨ ਵਿੱਚ ਖਿਆਲ ਆਇਆ ਵੀ ਅਸੀਂ ਇਹ ਸ੍ਰੀ ਸਾਹਿਬ ਨੂੰ ਸੰਭਾਲ ਕੇ ਰੱਖਾਂਗੇ ਅਸੀਂ ਆਪਣੇ ਰਾਜ ਵਾਸਤੇ ਇਹਦੀ ਕਦਰ ਕਰਾਂਗੇ। ਸੁਣ ਕਰ ਦੋਨੋਂ ਹੱਥ ਪਸਾਰੇ ਸਤਿਗੁਰ ਤੇ ਹੋਏ ਨਿਕਟ ਅਗਾਰੇ। ਔਰ ਰਾਏ ਕੱਲੇ ਨੇ ਅੱਗੇ ਹਾ ਕੇ ਬੜੇ ਸਤਿਕਾਰ ਸਹਿਤ ਉਹ ਸ੍ਰੀ ਸਾਹਿਬ ਪ੍ਰਾਪਤ ਕੀਤਾ ਪਾਤਸ਼ਾਹ ਤੋਂ। ਦੀਜੈ ਸਤਿਗੁਰ ਪੂਜੈ ਸਦਾ ਨਹੀਂ ਅਵਗਿਆ ਕਰਹੁ ਕਦਾ। ਠੀਕ ਹੈ ਮਹਾਰਾਜ ਅਸੀਂ ਆਪ ਜੀ ਦੇ ਇਸ ਸ਼ਸਤਰ ਨੂੰ ਸੰਭਾਲ ਕੇ ਰੱਖਾਂਗੇ ਸਤਿਕਾਰ ਕਰਾਂਗੇ। ਮੈਂ ਘਰੇ ਰੱਖ ਕਰਕੇ ਸਜਾ ਕਰਕੇ ਇਹਨੂੰ ਨਮਸਕਾਰ ਕਰਾਂਗਾ ਪੂਜਾ ਕਰਾਂਗਾ ਮੈਂ ਇਹਦੀ ਅਵਗਿਆ ਕਦੇ ਨਹੀਂ ਕਰਾਂਗਾ। ਹਿਰਦੈ ਪ੍ਰਸੰਨ ਰਾਏ ਬਹੁਵਾ ਸੁੰਦਰ ਖੜਗ ਬੇਕੀਮਤ ਜੋਵਾ। ਬੜੀ ਕੀਮਤੀ ਸ੍ਰੀ ਸਾਹਿਬ ਖੜਗ ਤਲਵਾਰ ਵੱਡੀ 3 ਫੁੱਟੀ ਬੜੀ ਸੁੰਦਰ ਸ੍ਰੀ ਸਾਹਿਬ ਜਿਹਦੇ ਵਿੱਚ ਗੁਰੂ ਦਾ ਬਚਨ ਹੈ ਸਤਿਕਾਰ ਕਰੋਗੇ ਤੇ ਤੁਹਾਡਾ ਸਤਿਕਾਰ ਹੁੰਦਾ ਰਹੂਗਾ। ਜਿੱਦੇ ਸ਼ਾਸਤਰ ਦਾ ਸਤਿਕਾਰ ਛੱਡਤਾ ਤੁਹਾਡਾ ਸਤਿਕਾਰ ਖਤਮ ਹੋ ਜਾਊਗਾ। ਤੋ ਇਹ ਬਚਨ ਸਾਡੇ ਵਾਸਤੇ ਵੀ ਆ। ਤਾਂ ਗੁਰੂ ਪਿਆਰਿਓ ਇਹ ਬੜਾ ਖੁਸ਼ ਹੋਇਆ ਰਾਏ ਕੱਲਾ ਉਹ ਬੇਸ਼ਕੀਮਤੀ
ਬਚਨ ਪ੍ਰਾਪਤ ਤਲਵਾਰ ਲੈ ਲਈ ਹੈ। ਰਾਜ ਤੇਜ ਅਰ ਬਾਂਸ ਉਦਾਰਾ ਆਇਓ ਰਾਖਣ ਹਾਰ ਹਮਾਰਾ। ਇਹ ਸ੍ਰੀ ਸਾਹਿਬ ਦਾ ਜਿਹੜਾ ਹੈ ਸੇਵਾ ਸੰਭਾਲ ਹੀ ਸਾਡੇ ਰਾਜ ਵੰਸ਼ ਨੂੰ ਬਚਾ ਸਕਦੀ ਹੈ। ਸ੍ਰੀ ਗੁਰ ਕਦਮ ਪਦਮ ਸਮਹੇਰੇ ਬਾਰ ਬਾਰ ਬੰਦ ਹੈ ਤਿਸ ਬੇਰੇ। ਸ੍ਰੀ ਸਾਹਿਬ ਨੂੰ ਲੈ ਕਰਕੇ ਬਾਰ-ਬਾਰ ਸਤਿਗੁਰਾਂ ਦੇ ਚਰਨਾਂ ਤੇ ਗੁਰੂ ਪਿਆਰਿਓ ਸ਼ੁਕਰਾਨਾ ਕਰਦਾ ਹੋਇਆ ਇਹ ਨਮਸਕਾਰਾਂ ਕਰਨ ਲੱਗਿਆ। ਹੱਥ ਜੋੜ ਕਰ ਖਰੇ ਹੋ ਉਗਾਰੀ ਦਿਓ ਆਗਿਆ ਹੋਏ ਸੇਵ ਤੁਮਾਰੀ। ਮਹਾਰਾਜ ਜੀ ਹੁਣ ਕਿਰਪਾ ਕਰੋ ਆਪ ਜੀ ਤੇ ਆਪ ਜੀ ਦੇ ਜਥੇ ਦੀ ਮੈਂ ਜਲ ਪਾਣੀ ਨਾਲ ਸੇਵਾ ਕਰਾਂ। ਸ੍ਰੀ ਗੁਰ ਕਹਿਓ ਗਮਨ ਹਮ ਚਾਹੈ ਤੁਮ ਭੀ ਜਾਓ ਆਪਨ ਕਰਮਾ ਹੈ। ਪਾਤਸ਼ਾਹ ਕਹਿੰਦੇ ਨਹੀਂ ਹੁਣ ਇੱਥੋਂ ਅਸੀਂ ਤੁਰਨਾ ਹੈ, ਤੂੰ ਵੀ ਆਪਦੇ ਘਰ ਨੂੰ ਜਾ। ਜੰਗਲ ਦੇਸ ਹਮਾਰੇ ਸਿੱਖੋ ਤਹਾਂ ਬਿਤਾਵੈ ਸਮਾਂ ਭਵਿੱਖੋ। ਅਸੀਂ ਜੰਗਲ ਮਾਲਵਾ, ਜਿਹਨੂੰ ਅਸੀਂ ਹੁਣ ਮਾਲਵਾ ਕਹਿੰਦੇ, ਇਹਨੂੰ ਪਹਿਲਾਂ ਜੰਗਲ ਕਹਿੰਦੇ ਸੀਗੇ। ਕਹਿੰਦੇ ਜੰਗਲ ਦੇ ਇਲਾਕੇ ਵਿੱਚ ਸਾਡੇ ਸਿੱਖ ਰਹਿੰਦੇ, ਅਸੀਂ ਉਧਰ ਨੂੰ ਜਾਵਾਂਗੇ, ਭਵਿੱਖ ਆਉਣ ਵਾਲਾ ਸਮਾਂ ਉਹਨਾਂ ਕੋਲੇ ਬਤੀਤ ਕਰਾਂਗੇ। ਉੱਥੋਂ ਪਾਤਸ਼ਾਹ ਜੀ ਨੇ ਅਗਲੇ ਕੀ ਕੌਤਕ ਕੀਤੇ, ਕਿੱਧਰ ਨੂੰ ਗਏ, ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੈ ਗੁਣ ਨਿਦਾਨ ਆਗੈ ਸਦਾ ਬਵੇਕਾ। ਹੇ ਅਪਰੰਪਰ ਹਰ ਹਰੇ ਕੀ ਹੋਵਨ ਹਾਰਾ। ਹੇ ਸੰਤਹਿ ਕੈ ਸਦਾ ਸੰਗ ਧਾਰਾ ਆਧਾਰਾ। ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਕੋਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲਾ। ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤਨਹਾਲਾ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।